अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज के प्रोग्राम में हम आपको एक ऐसी जुर्म की दास्तान सुनाएंगे जो दरीना दुश्मनी उसकी बुनियाद है। 4 लोग अपनी ज़िंदगी की बाजी हार चुके हैं। कुछ दिन पहले थाना वादत कॉलोनी की हदूद में 2 जवां साला बहन भाइयों को उनके घर में बेदर्दी के साथ कत्ल कर दिया जाता है। ये कत्ल की वारदात हुई क्यों, ये कत्ल की वारदात होती कैसे है, ये सब कुछ आपको दिखाते हैं आज के इस प्रोग्राम में। सबसे पहले हम आपको दिखाते हैं वो जय वकुआ, जहाँ पर बाप को बचाते हुए उसकी बेटी अपनी ज़िंदगी की बाजी हार जाती है और उसकी आंखों के सामने उसके भाई को भी कत्ल कर दिया जाता है। ये है जी वो बदनसीब बाप जिसके सामने उसके 2 जवां साला बच्चे कत्ल कर दिए जाते हैं। दुश्मन घर में दाखिल होते हैं और इसी जगह पर कत्ल करते हैं, फायरिंग करते हैं और इनकी बेटी इनको बचाने के लिए अपनी जान दे देती है। भाट साहब, बहुत अफसोसनाक वाक़या होया और तुसी दसो कि किस तरह होया? तुसी ते सुलह करना चाह रहे सो ते ਇੱਥੇ ही सारा कुछ होया, ज़रा दसोगे कित्थे बैठा सी, कौन की? बेटा मेरा इस जगह पे बैठा है। ठीक है जी, ठीक है। मेरा बेटा बैठा है सी। ठीक है। ਤੇ ਮੁਖਾਲਫ ਅੰਦਰ ਆਏ ਨੇ। ठीक है। अंदर आ तुसी के कित्थे बैठे सो? मैं सामने बैठा था। अच्छा, तुसी ਇੱਥੇ बैठे सो, सामने ਤੁਹਾਡਾ बेटा बैठा सी। मैं दरवाज़ा खोल के अंदर आ रहा ਨਾਲ ਉਹਨਾਂ ਨੂੰ ਲੈ ਕੇ। ठीक है। मेरे ज़हन 'ਚ भी कोई ऐसी ਗੱਲ नहीं सी। अच्छा, उन्होंने किया कि कोई गलबात करनी है, सुलह सफाई करनी है ਤੇ ਤੁਸੀਂ ਇਸ ਵਾਸਤੇ ਆਪਣੇ ਘਰ ਲੈ ਕੇ ਆ ਰਹੇ ਸੋ। ठीक है, फिर ਕੀ ਹੋਇਆ? ਉਹਨਾਂ ਨੇ ਆਂਦੀ ਇੱਥੇ ਗਾਲੀ ਗਲੋਚ ਕੀਤੀ ਹੈ। ਗਾਲੀ ਗਲੋਚ ਕਰਕੇ ये बैठे भी नहीं? ਨਹੀਂ, ਹਾਲੇ ਅੰਦਰ ਹੀ ਵੜੇ ਨੇ ਤੇ। ठीक है। ਗਾਲੀ ਗਲੋਚ ਕਰਕੇ ਕਹਿੰਦੇ ਤਗੜਾ ਹੋਇਆ ਏ, ਗਾਲਾਂ ਕੱਢ ਕੇ ਤੇ ਉਹਨੇ ਉੱਠਦੇ ਹੀ 2 ਫੈਰ ਮਾਰ ਦਿੱਤੇ ਨੇ ਆਫਤਾਬੁਰ ਫੀਫੀ। ठीक है। वो ਤੁਹਾਡੇ ਬੇਟੇ ਨੂੰ ਲੱਗੇ? ਮੇਰੇ ਬੇਟੇ ਦੇ ਸੀਨੇ ਤੇ ਲੱਗੇ ਨੇ। ठीक है। ਦੁਬਾਰਾ ਸਾਹ ਡਾਰ ਤੇ ਉਹਨੇ ਬਗੈਰ ਫਾਇਰ ਮਾਰੇ ਨੇ ਜਿਹੜੇ ਮੇਰੇ ਬੇਟੇ ਦੇ ਮੁxtਲਿਫ ਹਿੱਸੇ ਦੇ ਵਜੇ ਨੇ। ठीक है। ਬੇਟਾ ਮੇਰਾ ਉੱਥੋਂ ਇੱਥੇ ਡਿੱਗਿਆ। ठीक है। ਮੁੜ ਕੇ ਮੈਂ ਉਹਨੂੰ ਚੁੱਕਣਾ ਪਿਆ ਲਈ। ਇਹ ਮੇਰੇ ਬੇਟੇ ਦਾ ਸਾਰਾ ਖੂਨ ਜੁੜਿਆ। बिल्कुल जी। हाँ, निशान है ब्लड ਦਾ, बिल्कुल है। ਮੁੜ ਕੇ ਦੁਬਾਰਾ ਮੈਂ ਆਪਣੇ ਬੇਟੇ ਨੂੰ ਚੁੱਕਣ ਲੱਗ ਪਿਆ। ਇੰਨੀ ਦੇਰ ਹੀ ਜੇ ਮੈਂ ਉਹਨੂੰ ਚੁੱਕਣਾ ਹੀ ਪਿਆ ਤੇ ਉਹ ਮਾਜਦ ਨੇ ਮੇਰੇ ਤੇ ਫਾਇਰ ਕੀਤਾ। ਮੇਰੀ ਬੇਟੀ ਇੰਨੀ ਦੇਰ 'ਚ ਮੇਰੇ ਅੱਗੇ ਆ ਗਈ ਹੈ। अच्छा। बेटी मेरी अगे आ गई है, आंधे की ना है। बेटी मेरी जिस टाइम आई मेरी बेटी ਨੂੰ ਫੈਰ ਲੱਗ ਗਿਆ। ਮੈਨੂੰ ਨਹੀਂ ਪਤਾ ਲੱਗਾ ਮੇਰੀ ਬੇਟੀ ਨੂੰ ਫੈਰ ਲੱਗ ਗਿਆ। ठीक है। ਮੈਂ ਆਪਣੇ ਬੇਟੇ ਨੂੰ ਚੁੱਕਦਾ ਰਿਹਾ। ਇਹ ਗਾਲੀ ਗਲੋਚ ਕਰਦੇ ਬਾਹਰ ਨਿਕਲੇ ਨੇ ਤੇ ਮੈਂ ਬੇਟੇ ਨੂੰ ਚੁੱਕਣ ਲੱਗਾ, ਮੇਰੇ ਕੋਲ ਨਹੀਂ ਚੁੱਕੇ ਗਏ। ਸਾਹਮਣੇ ਇੱਧਰ ਹੀ ਮੇਰੇ ਨਾਲ ਖਲੋਤੇ ਸਨ ਮੇਰੀ ਬੀਵੀ, ਮੇਰਾ ਛੋਟਾ ਬੇਟਾ, ਸਾਰੇ ਨਾ। ठीक है। ਉਹਨਾਂ ਨੇ ਸ਼ੋਰ ਸ਼ਰਾਬਾ ਸ਼ੁਰੂ ਕਰ ਦਿੱਤਾ। ਇੰਨੀ ਦੇਰ 'ਚ ਨਾ ਮੇਰੀ ਬੇਟੀ ਨੇ ਤੇ ਮੇਰੀ ਬੀਵੀ ਨੇ ਬਾਹਰ ਜਾ ਕੇ ਲੋਕਾਂ ਦੇ ਦਰਵਾਜ਼ੇ ਖੜਕਾਣੇ ਸ਼ੁਰੂ ਕਰ ਦਿੱਤੇ ਕਿ ਸਾਡੇ ਨਾਲ ਇਸ ਤਰ੍ਹਾਂ ਹੋਇਆ ਹੈ। ਉਹਨੇ ਦੁਨੀਆ ਬਾਹਰ ਆ ਗਈ ਸੀ ਉਨੀ ਦੇਰ ਦੇ ਵਿੱਚ। हाँ, फायरिंग ਦੀ ਆਵਾਜ਼ ਸੁਣ ਕੇ। ठीक है। ਇਸ ਟਾਈਮ ਬਾਹਰ ਆ ਗਏ ਨੇ ਤੇ ਉਹਨਾਂ ਨੇ ਕਿਹਾ ਸਾਡੀ ਮਦਦ ਕਰੋ। ਉਹ ਚੁੱਕਿਆ ਸਾਨੂੰ, ਅਸੀਂ ਉਹਨਾਂ ਨੂੰ ਬੱਚਿਆਂ ਨੂੰ, ਮੇਰੇ ਹੱਥ ਪਰ ਕੰਮਣ ਲੱਗ ਪਿਆ, ਮੈਂ ਕਦੇ ਚੁੱਕਿਆ ਨਹੀਂ ਜਾਂਦਾ ਪਿਆ। ठीक है। ਕਿਉਂਕਿ ਮੈਂ ਸ਼ੂਗਰ ਦਾ ਮਰੀਜ਼ ਹਾਂ, ਬਲੱਡ ठीक ਪ੍ਰੈਸ਼ਰ है। ਦਾ ਮਰੀਜ਼ ਹਾਂ। ठीक है। ਕੋਈ ਨਹੀਂ ਸੀ ਚੁੱਕਿਆ ਜਾ ਰਿਹਾ। ठीक है। ਇਹ ਸਾਹਮਣੇ ਇੱਕ ਜ਼ੁਲਫਕਾਰ ਭਾਈ ਸੀ, ਇਹਨਾਂ ਨੇ ਫੜਿਆ ਨਾਲ। ठीक है। ਸੀ ਬਾਟੋ ਨੇ ਫੜਿਆ। ठीक है। ਇਹਨਾਂ ਨੇ ਫੜ ਕੇ ਤੇ ਗੱਡੀ ਸਾਡੀ ਬਾਹਰ ਖਲੋਤੀ ਸੀ, ਉਹਦੇ ठीक ਚ ਅਸੀਂ ਪਾਇਆ। ठीक है। ਅਸੀਂ ਸਰਵਿਸ ਹਸਪਤਾਲ ਲੈ ਗਏ। ठीक है। खुद ही लै गए ਤੁਸੀਂ खुद ही अपनी लै ਗੱਡੀ? गए ਅਸੀਂ ठीक अपनी है। ਗੱਡੀ ਦੇ ਵਿੱਚ। उस वक्त सांसां ਚੱਲ ਰਹੀਆਂ ਸਨ, ਜ਼ਿੰਦਾ ਸਨ? ਗਏ ਅਸੀਂ, ਸਾਂਸ ਚੱਲ ਰਹੇ ਸਨ ਦੋਨਾਂ ਦੇ? ਜੀ। ਅੱਛਾ। ਹਸਪਤਾਲ ਜਾ ਕੇ ਤੇ ਉਹਨਾਂ ਨੇ ਇਲਾਜ ਸ਼ੁਰੂ ਕਰ ਦਿੱਤਾ। ਡਾਕਟਰ ਬੜੇ ਅੱਛੇ ਸਨ ਸਾਰੇ ਉਹਨਾਂ ਨੂੰ ਦੇਖਣ ਲੱਗ ਪਏ ਨੇ ਤੇ ਮੈਨੂੰ ਸਿਰਫ ਹਸਪਤਾਲ ਜੋ ਕਿਸੇ ਉਹਨੇ ਡਾਕਟਰ ਸੀ, ਕੌਣ ਸੀ, ਉਹਨੇ ਕਿਹਾ ਤੁਸੀਂ ਕਿਹੜੀ ਜਗ੍ਹਾ ਤੇ ਆਏ ਹੋ? ਮੈਂ ਕਿਹਾ ਵਾਦਤ ਕਲੋਨੀ ਹੋ। ਉਹਨਾਂ ਨੇ ਕਿਹਾ ਤੁਸੀਂ 15 ਤੇ ਕਾਲ ਕੀਤੀ ਹੈ। ਮੈਂ ਕਿਹਾ ਨਹੀਂ, ਮੈਂ ਤਾਂ ਆਪਣੇ ਬੱਚਿਆਂ ਦੀ ਮੈਨੂੰ ਪੈ ਗਈ, ਬੱਚੇ ਚੁੱਕ ਕੇ ਮੈਂ ਆ ਗਿਆ ਇੱਥੇ। ਉਹਨਾਂ ਨੇ ਵਾਦਤ ਕਲੋਨੀ ਥਾਣੇ ਫੋਨ ਕਰਕੇ ਕਹਿ ਦਿੱਤਾ, ਪੁਲਿਸ ਵੀ ਆ ਗਈ। ਉਨੀ ਦੇਰ 'ਚ ਮੈਂ ਵੀ ਫਿਰ ਨੀਂਦ ਬੇਹੋਸ਼ ਹੋਣਾ ਸ਼ੁਰੂ ਹੋ ਗਿਆ। ਮੈਨੂੰ ਮੈਂ ਜਦੋਂ ਥੋੜਾ ਹੋਸ਼ 'ਚ ਆਇਆ, ਮੈਨੂੰ ਡ੍ਰਿਪ ਲੱਗੀ ਸੀ ਤੇ ਮੇਰੇ ਨਾ ਇੰਜੈਕਸ਼ਨ ਵਗੈਰਾ ਲੱਗਿਆ ਸੀ ਸਾਰਾ। ਠੀਕ ਹੈ। ਇਹ ਮੇਰੇ ਡ੍ਰਿਪਾਂ ਲੱਗੀਆਂ ਸਨ, ਯਾਨੀ ਕਿ ਇਹ ਸਾਰਾ ਨਾ ਮੇਰੇ हाँ, बिल्कुल निशान है। ਸੂਈਆਂ ਮਾਰ ਮੈਂ ਕਹਿੰਦਾ ਮੈਨੂੰ, ਯਾਨੀ ਕਿ ਮੈਨੂੰ ਥੋੜਾ ਮੈਂ ਹੋਸ਼ ਹੀ 'ਚ ਆਇਆ। ठीक है। ਤੇ ਮੈਨੂੰ ਉਹਨਾਂ ਨੇ ਕਿਹਾ ਤੁਸੀਂ ਦੇਖੇ ਸਨ ਬੰਦੇ? ਮੈਂ ਕਿਹਾ ਜੀ ਮੈਂ ਤੇ ਖੁਦ ਉਹਨਾਂ ਨੂੰ ਅੰਦਰ ਵਾੜਿਆ ਆਪ, ਕੁੰਡੀ ਖੋਲ ਕੇ ਦਰਵਾਜ਼ਾ, ਕਿ ਸਾਨੂੰ ਤਾਂ ਪਤਾ ਸੁਲਾਹ ਲਈ ਆਏ ਨੇ। ਤੇ ਉਹਨਾਂ ਨੇ ਆਂਦੀ ਗਾਲੀ ਗਲੋਚ ਕਰਕੇ ਤੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ठीक है। अच्छा जी, ये नवीद भट्ट साहब हैं जो वालिद थे और इस मुकदमे के मुद्दई भी हैं। ये दरीना दुश्मनी की एक दास्तान है। किस तरह से इनकी दुश्मनी शुरू होती है उसकी भी तफसील इनसे जानते हैं। भट्ट साहब, सुलह वास्ते आए और सुलह की कोशिश की थी और तुहाडा बेटा और बेटी जान तो गए, जिंदा नहीं गए, मौत उन्होंने लै गई। भट्ट साहब, दुश्मनी की वजह की है? कादी दुश्मनी है कि इन्ने लोग तुहाडे पहले भी भाई कतल हो चुके हैं, फिर इन्हां दा भी
ਜਿਹੜੇ ਮੁਲਜ਼ਮਾਨ ਨੇ ਇਹਨਾਂ ਦਾ ਵੀ ਕੋਈ ਕਤਲ ਹੋ ਚੁੱਕਿਆ ਹੈ। ਦੁਸ਼ਮਣੀ ਦੀ ਵਜ੍ਹਾ ਕੀ, ਕਿਉਂ ਦੁਸ਼ਮਣੀ ਇਹ ਦੁਸ਼ਮਣੀ ਦੀ ਵਜ੍ਹਾ ਹੈ ਜਨਾਬ, ਅੱਜ ਤੋਂ ਕੋਈ 18 ਸਾਲ ਪਹਿਲੇ ਮੇਰਾ ਇੱਕ ਭਰਾ ਕਤਲ ਹੋਇਆ ਸੀ, ਉਹਦੀ ਸ਼ਾਦੀ ਸੀ 3 ਦਿਨ ਬਾਅਦ। ਠੀਕ ਹੈ। ਇਹ ਮਾਜਦ ਜਿਹੜਾ ਮੁਲਜ਼ਮ ਹੁਣ ਆਇਆ ਨਾ ਜਿਹੜਾ ਮੇਰੇ ਘਰ, ਇਹਨੇ ਇਹਦੇ ਸਾਲੇ ਸਨ 3, ਸਲਾਉਦੀਨ, ਸ਼ਾਹ ਫੈਸਲ ਤੇ ਇਮਰਾਨ। ਠੀਕ ਹੈ। ਇਹਨਾਂ ਨੇ ਮੇਰੇ ਭਰਾ ਨੂੰ ਮਾਰਿਆ ਸੀ, ਉਹਦੇ ਜੋ 25 ਸਾਲ ਕੈਦ ਹੋ ਗਏ ਸਨ। ਠੀਕ ਹੈ। ਤੇ ਮਾਜਦ ਨਾਲ ਮੇਰੀ ਸੁਲ੍ਹਾ ਦੀ ਗੱਲਬਾਤ ਚੱਲ ਰਹੀ ਸੀ ਉਦੋਂ, ਉਸ ਤੋਂ ਕੋਈ 5 ਸਾਲ ਬਾਅਦ। ਠੀਕ ਹੈ। ਤੇ ਮੈਂ ਉਹਨੂੰ ਕਹਿੰਦਾ ਸਾਂ ਮੇਰੀ ਸੁਲ੍ਹਾ ਦੀ ਕੋਈ ਸ਼ਰਤ ਹੈ, ਮੈਨੂੰ ਪੈਸੇ ਦਿੰਦੇ ਸਨ। ਮੈਂ ਕਿਹਾ ਨਹੀਂ, ਮੈਨੂੰ ਤੁਸੀਂ ਆਪਣੀ ਭੈਣ ਦਾ ਰਿਸ਼ਤਾ ਦਿਓਗੇ ਮੇਰੇ ਭਰਾ ਨੂੰ, ਤੇ ਮੇਰੀ ਤੁਹਾਡੇ ਨਾਲ ਸੁਲ੍ਹਾ ਹੈ। ਇਹਨਾਂ ਨੇ ਫਿਰ ਆਪਣੀ ਤਾਏ ਦੀ ਬੇਟੀ ਦਾ ਰਿਸ਼ਤਾ ਦਿੱਤਾ ਸੀ ਮੇਰੇ ਭਰਾ ਨੂੰ। ਠੀਕ ਹੈ। ਤੇ ਸਾਡੀ ਸੁਲ੍ਹਾ ਹੋ ਗਈ ਸੀ ਇਹਨਾਂ ਦੇ ਨਾਲ। ਠੀਕ ਹੈ। ਉਹ ਜਿਹੜੇ ਇਮਰਾਨ ਵਗੈਰਾ ਸਨ ਮੁੰਡੇ, ਉਹਨਾਂ ਨਾਲ ਬਿਲਕੁਲ ਮੁਕੰਮਲ, ਯਾਨੀ ਕਿ ਸਾਡੀ ਕੋਈ ਦਾਵਤ ਨਹੀਂ ਮੁੜ ਕੇ ਰਹੀ। ਬਿਲਕੁਲ ਮੁਕੰਮਲ ਸੁਲ੍ਹਾ ਕਰ ਲਈ। ਮੁਕੰਮਲ ਸੁਲ੍ਹਾ। ਇੱਕ ਰਿਸ਼ਤਾ ਦੇਤਾ ਉਹਨਾਂ ਨੇ। ਰਸਤੇ 'ਚ ਆਏ ਨਾ, ਕਦੀ ਕੋਈ ਲੈਣਾ ਨਾ ਦੇਣਾ। ਠੀਕ ਹੈ। ਇਹ ਮਾਜਦ ਵਗੈਰਾ ਵੀ ਨਹੀਂ ਸਨ ਆਉਂਦੇ। ਠੀਕ ਹੈ। ਈਫੀ ਵੀ ਨਹੀਂ ਸੀ ਆਉਂਦਾ, ਕੋਈ ਵੀ ਨਹੀਂ ਸੀ ਆਉਂਦਾ। ਬਿਲਕੁਲ ਅਸੀਂ ਇੱਕ ਦੂਜੇ ਨਾਲ ਇੰਝ ਹੋ ਗਏ ਸਾਂ ਜਿਵੇਂ ਆਪਣੀ ਭੈਣ ਭਰਾ ਨੇ। ਠੀਕ ਹੈ। ਠੀਕ ਹੈ। ਇਹ ਮੁੜ ਕੇ ਦੁਬਾਰਾ ਇਹਨਾਂ ਨੇ ਮੇਰੇ ਭਰਾ ਨੂੰ ਜ਼ਹਿਰ ਦੇ ਦਿੱਤਾ ਹੈ 24 ਤਰੀਕ ਨੂੰ 18 ਨੂੰ। ਅੱਛਾ। 18 ਦੇ ਵਿੱਚ ਜਿਹਦੀ ਸ਼ਾਦੀ ਤੁਸੀਂ ਕਰਦੇ ਹੋ, ਜਿਨ੍ਹਾਂ ਦੀ ਜਿਹੜੀ ਬੇਟੀ ਇਹਨਾਂ ਦੀ ਤੁਹਾਡੇ ਭਾਈ ਨਾਲ ਜਿਹਦੀ ਸ਼ਾਦੀ ਹੁੰਦੀ, ਉਹ ਮੁੜ ਕੇ ਇਹਨਾਂ ਨੇ ਉਹਦਾ ਮਕਾਨ ਵੀ ਰੱਖ ਲਿੱਤਾ, ਉਹਦਾ ਕੋਈ ਸੋਨਾ ਸੀ, ਬੈਂਕ ਪੈਲੇਸ ਸੀ, ਸਾਰਾ ਕੁਝ ਇਹਨਾਂ ਨੇ ਰੱਖ ਲਿੱਤਾ ਸਾਰਾ ਕੁਝ। ਠੀਕ ਹੈ। ਮੈਨੂੰ ਸਾਰੇ ਇਲਾਕੇ ਨੇ ਕਿਹਾ ਕਿ ਇਹਨਾਂ ਦਾ ਪਰਚਾ ਕਰਾਓ, ਲਾਸ਼ ਪੋਸਟਮਾਰਟਮ ਕਰਾਓ, ਤੁਹਾਨੂੰ ਪਤਾ ਲੱਗ ਜਾਏਗਾ ਜ਼ਹਿਰ ਦਿੱਤਾ ਹੈ। ਜਿਹਦੇ 'ਚ ਮੇਰੇ ਭਰਾ ਦੇ ਸੁਸਰ ਨੇ ਕਿਹਾ, ਇਹ ਜਿਹੜਾ ਮੁਦਈ ਇਹ ਫੜਿਆ ਨਾ ਆਫਤਾਬ ਮੁਲਜ਼ਮ, ਇਹਦੇ ਬਾਪ ਨੇ ਕਿ ਮੈਂ ਕੁਰਾਨ ਪਾਕ ਦੀ ਕਸਮ ਖਾਣਾ, ਮੈਂ ਕੁਰਾਨ ਪਾਕ ਲੈਣਾ, ਮੇਰਾ ਕੋਈ ਰੋਲ ਨਹੀਂ, ਮੇਰੇ ਬੱਚਿਆਂ ਦਾ ਕੋਈ ਰੋਲ ਨਹੀਂ, ਤੁਹਾਡੀ ਸੁਲ੍ਹਾ ਕੋਈ, ਮੈਂ ਆਪਣੇ ਕੋਈ ਜਵਾਈ ਨੂੰ ਵੀ ਜ਼ਹਿਰ ਦਿੰਦਾ ਹੈ। ਮੈਂ ਮੁਤਮਿਨ ਹੋ ਗਿਆ। ਮੈਂ ਕਿਹਾ ਕੋਈ ਗੱਲ ਨਹੀਂ। ਉਸ ਤੋਂ ਬਾਅਦ ਠੀਕ 3 ਮਹੀਨੇ ਬਾਅਦ ਮੇਰੇ ਬੱਚੇ ਨੇ ਇਹਨਾਂ ਦਾ ਨੁਕਸਾਨ ਕਰ ਦਿੱਤਾ। ਤੁਹਾਡੇ ਬੇਟੇ ਨੇ ਜਿਹੜਾ ਮਰਨ ਵਾਲਾ ਸੀ? ਜੀ। ਠੀਕ ਉਹ ਹੈ। ਪੰਜਾਬ ਕਾਲਜ ਦਾ ਸਟੂਡੈਂਟ ਸੀ, ਮੁਸਲਿਮ ਟਾਊਨ ਪੜ੍ਹਦਾ ਸੀ। ਤੇ ਉਹਨੇ ਇਹਨਾਂ ਦਾ ਨੁਕਸਾਨ ਕਰਤਾ। ਇਹਨਾਂ ਨੇ ਮੇਰਾ ਵੀ ਪਰਚਾ ਕਰਵਾਤਾ, ਮੇਰੇ ਬੱਚੇ ਦਾ ਵੀ ਕਰਵਾਤਾ, ਇੱਕ ਲੜਕਾ ਸੀ ਉਹਦਾ ਵੀ ਕਤਲ ਹੋ ਜਾਂਦਾ ਬੇਟੇ ਦੇ ਇੱਥੋਂ, ਯਾਨੀ ਕਿ ਕਤਲ ਹੀ ਹੋ ਜਾਂਦਾ। ਠੀਕ ਹੈ। ਉਹਨਾਂ ਨੇ ਪਰਚਾ ਕਰਵਾਤਾ ਤੇ ਮੁੜ ਕੇ ਦੁਬਾਰਾ ਉਹਦੇ 'ਚ ਅਸੀਂ ਜ਼ਮਾਨਤਾਂ ਕਰਵਾ ਲਿੱਤੀਆਂ, ਬਾਹਰ ਆ ਗਏ ਅਸੀਂ। ਤੇ ਉਹਦੇ 'ਚ ਨਾ ਮੇਰੀ ਇਹ ਸਹੀ ਡਾਰ ਹੈਗਾ ਇੱਕ ਇਹਨਾਂ ਦਾ ਫੁੱਫਾ, ਜਿਹੜਾ ਮੁਲਜ਼ਮ ਸਾਹ ਡਾਰ ਫੜਿਆ ਨਾ, ਉਹਦਾ ਵਾਲਦ। ਠੀਕ ਹੈ। ਉਹਨੇ ਮੇਰੇ ਕੋਲ 2.5 ਲੱਖ ਰੁਪਏ ਲਿੱਤਾ। ਉਹਨੇ ਕਿਹਾ 15 ਲੱਖ ਰੁਪਏ ਮੈਂ ਲੈਣਾ ਹੈ, ਤੇ ਮੈਨੂੰ 5 ਲੱਖ ਟੋਕਨ ਦੇ ਪਹਿਲਾਂ, ਤੇ 10 ਲੱਖ ਬਾਅਦ 'ਚੋਂ ਦੇਈ। ਮੈਂ 2.5 ਲੱਖ ਜਿਹਦੇ ਉਹਨੂੰ ਦੇਤਾ। ਠੀਕ ਹੈ। ਤੇ ਮੈਂ ਕਿਹਾ ਕਿ ਨਾ ਹੈ ਸਾਈ ਸਾਹਿਬ, ਮੇਰੀ ਸਾਡੀ ਸੁਲ੍ਹਾ ਕਰਵਾ ਦਿਓ, ਮੈਂ ਤੁਹਾਡੇ ਪੈਰ ਫੜਨ ਲਈ ਤਿਆਰ ਹਾਂ, ਮੈਂ ਤੁਹਾਡਾ ਕਿਸਾਸ ਵੀ ਦੇਣ ਲਈ ਤਿਆਰ ਹਾਂ। ਠੀਕ ਹੈ। ਉਹਨੇ ਕਿਹਾ ਚਲੋ ਠੀਕ ਹੈ। ਉਹ ਮੁੜ ਕੇ ਦੁਬਾਰਾ ਸਾਨੂੰ ਕਹਿੰਦਾ ਰਿਹਾ, ਕਰਦਾ ਰਿਹਾ, ਮੈਂ ਪੈਸੇ ਮੇਰੇ ਕੋਲ ਲੈਂਦਾ ਰਿਹਾ। ਇਹਨਾਂ ਦਾ ਇੱਕ ਚਾਚਾ ਸੀ, ਉਹ ਮੇਰੇ ਕੋਲ ਕੋਈ 5 ਲੱਖ ਰੁਪਏ ਲੈ ਗਿਆ। ਅੱਛਾ। ਮਰਨ ਵਾਲੇ ਦਾ ਭਰਾ ਮੇਰੇ ਕੋਲ ਕੋਈ 2-3 ਲੱਖ ਰੁਪਏ ਲੈ ਗਿਆ, ਜਿਹੜਾ ਉਸ ਟਾਈਮ ਕਤਲ ਹੋਇਆ ਸੀ। ਠੀਕ ਹੈ। ਉਹਦਾ ਭਰਾ ਹੈ ਜਿਹੜਾ ਹੁਣ ਆਫਤਾਬ ਹੈ, ਜਿਹਨੇ ਮਾਰਿਆ ਆ ਕੇ ਮੇਰੇ ਪੁੱਤਰ ਨੂੰ। ਠੀਕ ਹੈ। ਇਹਨਾਂ ਨੇ ਮੈਨੂੰ ਪੂਰਾ ਵਸਾ 'ਚ ਲਿਆਂਦਾ ਹੋਇਆ ਸੀ ਕਿ ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ, ਠੀਕ ਹੈ, ਤੁਸੀਂ ਮੈਨੂੰ ਕਰੋ ਆਪਣੀ ਬਿਲਡਿੰਗ ਦੇ ਦਿਓ। ਸਾਡੀ ਬਿਲਡਿੰਗ ਸੀ ਉੱਥੇ ਹੀ। ਠੀਕ ਹੈ। ਮੈਂ ਕਿਹਾ ਬਿਲਡਿੰਗ ਦਾ ਨਹੀਂ, ਜਿਹੜੇ ਤੁਸੀਂ ਤੁਹਾਡੇ ਨਾਲ ਮੇਰੀ ਪੈਸਿਆਂ ਦੀ ਡਨ ਹੋਈ ਉਹ ਮੇਰੇ ਕੋਲ ਲੈ ਲਓ ਤੁਸੀਂ। ਉਹਨਾਂ ਨੇ ਕਿਹਾ ਚਲੋ ਠੀਕ ਹੈ। ਤੇ ਇਹਨਾਂ ਦੀ ਜਿਹੜੀ ਸੀ ਭੈਣ, ਜਿਹੜੀ ਮੇਰੀ ਭਰਜਾਈ ਸੀ, ਉਹ ਮੈਨੂੰ ਮਿਲਦੀ ਰਹੀ ਤੇ ਮੇਰੇ ਕੋਲ ਮਹੀਨਾ ਵੀ ਲੈਂਦੀ ਰਹੀ, 10,000 15,000 ਕਦੀ 20,000। ਉਹ ਆਪਣੇ ਬੱਚਿਆਂ ਦੇ ਕੱਪੜੇ ਵੀ ਲੈਂਦੀ ਰਹੀ, ਮੈਂ ਦਿੰਦਾ ਰਿਹਾ ਕਿ ਚਲੋ ਕੋਈ ਗੱਲ ਨਹੀਂ ਗੀ। ਤੇ ਇਹ ਜਿਹੜੀ ਇਹਦੀ ਵਾਲਦਾ ਸੀ ਸ਼ਹੀਨ ਬੀਬੀ, ਹੁਣ ਮੈਨੂੰ ਇਹਨੇ ਸਾਰਾ ਵਿਸਾਜ ਲਿਆਂਦਾ। ਸ਼ਹੀਨ ਬੀਬੀ ਨੇ ਤੇ ਸਈਦ ਡਾਰ ਨੇ। ਠੀਕ ਹੈ। ਕਿ ਸਾਡੀ ਤੁਹਾਡੀ ਸੁਲ੍ਹਾ ਕੋਈ ਗੱਲ ਨਹੀਂ ਗਈ। ਤੇ ਸ਼ਹੀਨ ਬੀਬੀ ਮੈਨੂੰ ਮਿਲਦੀ ਸੀ ਬਾਹਰ ਇੱਥੇ ਡਾਕਖਾਨੇ ਦੇ ਕੋਲ, ਬਾਦਲ ਕਲੋਨੀ। ਠੀਕ ਹੈ। ਇਹ ਮਰਨ ਤੋਂ ਪਹਿਲਾਂ ਵੀ 5-4 ਦਿਨ ਪਹਿਲਾਂ ਮੇਰੀ ਮੁਲਾਕਾਤ ਹੋਈ ਹੈ, ਉਸ ਤੋਂ 8 ਦਿਨ ਪਹਿਲਾਂ ਵੀ ਮੇਰੀ ਮੁਲਾਕਾਤ ਹੋਈ ਹੈ। ਉਹਨਾਂ ਇਹਦੀ ਇੱਕ ਬੇਟੀ ਸੀ ਸਬਾ, ਉਹਦੇ ਨਾਲ ਤੇ ਆਫਤਾਬ ਨਾਲ ਮੇਰੀ ਮੁਲਾਕਾਤ ਹੋਈ ਹੈ। ਇਹ ਮੇਰੇ ਯਾਨੀ ਕਿ ਬਹੁਤ ਕਲੋਜ਼ ਹੋ ਗਏ ਸਨ। ਮੇਰੀ ਸੋਚ ਵੀ ਨਹੀਂ ਸੀ ਕਿ ਜੋ ਇਹਨਾਂ ਨੇ ਕੀਤਾ ਹੈ। ਠੀਕ ਹੈ। ਤੁਹਾਡੇ ਬੇਟੇ ਦੇ ਜਿਹੜਾ ਕੇਸ ਸੀ ਔਰ ਤੁਹਾਡੇ ਤੇ ਜਿਹੜਾ ਕੇਸ ਸੀ, ਉਹਦੀ ਸੁਲ੍ਹਾ ਦੀ ਗੱਲਬਾਤ ਚੱਲ ਰਹੀ ਸੀ। ਸਾਡੀ ਹੋ ਗਿਆ ਸਿਰਫ ਇਹ ਆਣਾ ਜਾਣਾ ਸ਼ੁਰੂ ਹੋਣ ਲੱਗ ਪਿਆ ਸੀ ਹੁਣ। ਤੇ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ। ਇਹਨਾਂ ਨੇ ਕਿਹਾ ਸੀ ਮੈਂ ਤੇ ਮੇਰਾ ਬੇਟਾ ਈਫੀ ਤੁਹਾਡੇ ਘਰ ਆਵਾਂਗੇ। ਮੈਂ ਕਿਹਾ ਜੀ ਤੁਸੀਂ ਮੋਸਟ ਵੈਲਕਮ ਆਓ, ਕੋਈ ਗੱਲ ਨਹੀਂ ਗੀ। ਇਹ ਕਿ 14-15 ਤਰੀਕ ਨੂੰ ਆਵਾਂਗੇ। ਮੈਂ ਤੇ ਫੋਨ ਤੇ ਮੇਰੀ ਕਾਲ ਹੋਈ, ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਮੇਰੀ। ਉਸ ਤੋਂ 5 ਦਿਨ ਪਹਿਲਾਂ ਮੇਰੇ ਕੋਲ ਮੈਂ ਕਾਲ ਦਿੱਤੀ ਇੰਸਪੈਕਟਰ ਸਾਹਿਬ ਨੂੰ, ਫਾਇਜ਼ ਸਾਹਿਬ ਨੂੰ। ਠੀਕ ਹੈ। ਤੇ ਮੈਂ ਕਿਹਾ ਲੋਕੇਸ਼ਨ ਕਢਾ ਕੇ ਦੇ ਲਓ ਮੇਰੀਆਂ ਉਹਨਾਂ ਨਾਲ ਕਿੰਨੀਆਂ ਕਾਲਾਂ ਹੋਈਆਂ, ਕਿਸ ਤਰ੍ਹਾਂ ਹੋਈਆਂ। ਤੇ ਉਹ 14-15 ਤਰੀਕ ਦਾ ਕਹਿ ਕੇ ਤੇ ਭਾਜੀ ਇਹਨਾਂ ਨੇ ਮੈਨੂੰ ਫਿਲਮ ਚਲਾਤੀ ਸਾਡੀ। ਅੱਛਾ। ਇਹਨਾਂ ਨੇ ਫੋਨ ਕੀਤਾ ਕਿ ਅਸੀਂ ਘਰ ਆਣਾ ਚਾਹੁੰਦੇ ਹਾਂ, ਫਿਰ ਘਰ ਆਏ? ਕੌਣ ਆਏ, ਕਿੰਨੇ ਲੋਕ ਆਏ? ਇਹ ਆਏ ਸਨ ਜੀ ਆਫਤਾਬ ਤੇ ਸਾਦਾਰ ਤੇ ਮਾਜਦ। ਠੀਕ ਹੈ। ਇਹ ਆਪਸ ਵਿੱਚ ਰਿਸ਼ਤੇਦਾਰ ਨੇ? ਜੀ। ਇਹ ਮਾਮੇ ਫੁੱਫੀਆਂ ਦੇ ਪੁੱਤਰ ਨੇ। ਇੱਕ ਤਾਏ ਦਾ ਬੇਟਾ ਹੈ, ਇੱਕ ਮਾਮੇ ਦਾ ਫੁੱਫੀ ਦਾ ਬੇਟਾ। ਠੀਕ ਹੋ ਗਿਆ। ਹੋਰ ਵੀ ਕੋਈ ਲੋਕ ਸਨ ਜਾਂ ਤਿੰਨ ਹੀ ਸਨ? ਮੈਂ ਤਿੰਨਾਂ ਨੂੰ ਦੇਖਿਆ, ਮੈਂ ਗਲਤ ਬਿਆਨੀ ਨਹੀਂ ਕਰਨੀ। ਮੈਂ ਤਿੰਨਾਂ ਨੂੰ ਦੇਖਿਆ। ਤੇ ਇਹਨਾਂ ਨੇ ਅੰਦਰ ਆਉਂਦਿਆਂ ਫਾਇਰਿੰਗ ਸ਼ੁਰੂ ਕਰਤੀ? ਇਹਨਾਂ ਨੇ ਅੰਦਰ ਆਉਂਦਿਆਂ ਪਹਿਲਾਂ ਗਾਲੀ ਗਲੋਚ ਕੀਤੀ ਹੈ, ਮੁੜ ਕੇ ਫਾਇਰਿੰਗ ਕੀਤੀ ਹੈ। ਤਕਰੀਬਨ ਅੱਧੇ ਕੁ ਮਿੰਟ ਬਾਅਦ ਪਹਿਲਾਂ ਗਾਲੀ ਗਲੋਚ ਕਰਦੇ ਰਹੇ। ਕੀ ਟਾਈਮ ਸੀ ਉਸ ਵਕਤ? ਤਕਰੀਬਨ ਕੋਈ 1 ਦਾ ਟਾਈਮ ਸੀ। 1 ਦਾ ਟਾਈਮ ਸੀ। ਅੱਛਾ ਭੱਟ ਸਾਹਿਬ, ਨਵੀਦ ਸਾਹਿਬ, ਜਿਹੜੀ ਪੁਲਿਸ ਹੈ ਉਹ ਕਿਉਂ ਇੰਨਾ ਇਸ ਵਾਕਿਏ ਨੂੰ ਅਜੀਬ ਤਰ੍ਹਾਂ ਦਾ ਪੇਂਟ ਕਰ ਰਹੀ ਹੈ ਜਾਂ ਮਸ਼ਕੂਕ ਕਰਾਰ ਦੇ ਰਹੀ ਹੈ? ਤੁਸੀਂ ਮੁਲਜ਼ਮ ਜਿਹੜੇ ਨੇ ਉਹ ਫੜਵਾਏ ਨੇ, ਲੇਕਿਨ ਹਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ
ਨਹੀਂ ਪਈ ਹੈ, ਕੀ ਵਜ੍ਹਾ ਕਿ ਕੀ ਇਨਵੈਸਟੀਗੇਟ ਕਰਨਾ ਚਾਹ ਰਹੇ ਨੇ? ਜਿਸ ਤਰ੍ਹਾਂ ਮਹੱਲੇਦਾਰ ਵੀ ਆਏ ਡੈਡ ਬਾਡੀਆਂ ਨੂੰ ਜਾਂ ਉਹਨਾਂ ਨੂੰ ਜ਼ਖਮੀਆਂ ਨੂੰ ਲੈ ਕੇ ਗਏ, ਸਾਰਾ ਕੁਝ ਕਲੀਅਰ ਹੈ, ਤੇ ਫਿਰ ਕੀ ਵਜ੍ਹਾ? ਕਿਉਂਕਿ ਇੱਕ ਮੁਲਜ਼ਮ ਦਾ ਭਰਾ ਇੱਕ ਸਬ ਇੰਸਪੈਕਟਰ ਜੇ ਕੀ ਨਾਮ ਹੈ ਉਹਦਾ? ਸੋਨੂ ਡਾਰ। ਅੱਛਾ, ਤੇ ਇੱਕ ਉਹ ਕਿਹੜੇ ਥਾਣੇ 'ਚ ਲੱਗਾ ਹੈ ਤਾਇਨਾਤ ਹੈ? ਇਹ ਨਹੀਂ ਮੈਨੂੰ ਪਤਾ ਕਿਹੜੇ ਥਾਣੇ, ਸਬ ਇੰਸਪੈਕਟਰ ਹੈ। ਸਬ ਇੰਸਪੈਕਟਰ। ਤੇ ਇੱਕ ਮੁਲਜ਼ਮ ਦੀ ਜਿਹੜੀ ਕਜ਼ਨ ਹੈ ਉਹ ਸਬ ਇੰਸਪੈਕਟਰ ਹੈ, ਇੱਕ ਮੁਲਜ਼ਮ ਦਾ ਕਜ਼ਨ ਜਿਹੜਾ ਉਹ ਸਬ ਇੰਸਪੈਕਟਰ ASI ਹੈ। ਠੀਕ ਹੈ। ਤੇ ਇਹਨਾਂ ਦਾ ਪੁਲਿਸ ਵਿੱਚ ਕਾਫੀ ਅਸਰ ਸਲੂਕ ਹੈ, ਉਹਦੇ ਬਾਵਜੂਦ ਜਿਹੜਾ ਇਹ ਸਾਧ ਡਾਰ ਹੈ, ਇਹਦਾ ਬਾਪ ਜਿਹੜਾ ਸਹੀ ਡਾਰ, ਉਹ ਲੋਕਾਂ ਨੂੰ ਕਹਿੰਦਾ ਫਿਰਦਾ ਮੇਰੀ ਭਣੇਵੀਂ ਤੇ ਇੱਕ ਮੇਰਾ ਭਣੇਵਾਂ MP ਹੈ, ਮੇਰਾ ਕੀ ਕਰ ਸਕਦੀ ਹੈ ਪੁਲਿਸ? ਮੈਂ IG ਨੂੰ ਘਵਾ ਦਿਆਂਗਾ, ਮੈਂ CCP ਲਾਹੌਰ ਨੂੰ ਘਵਾ ਦਿਆਂਗਾ, ਸਾਡਾ ਕੀ ਪੁਲਿਸ ਸਾਡਾ ਕੀ ਕਰ ਸਕਦੀ ਹੈ? ਔਰ ਮੈਨੂੰ ਮੁxtਲਿਫ ਨੰਬਰਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ, ਮੇਰੇ ਕੋਲ ਨਾ ਨੰਬਰ। ਤੇ ਮੈਂ ਦੱਸਿਆ ਇੰਸਪੈਕਟਰ ਸਾਹਿਬ ਨੇ, ਇਨਵੈਸਟੀਗੇਸ਼ਨ ਇੰਚਾਰਜ ਸਾਹਿਬ ਨੂੰ, ਕਹਿੰਦੇ ਕਰਨੇ ਪਏ ਨਾਲ ਤੀਸਰਾ ਮੁਲਜ਼ਮ ਮੇਰਾ ਪੜਦੇ ਪਏ ਨੇ। ਬਸ ਮੈਨੂੰ ਆ ਕੇ ਮੇਰੀ ਇਨਵੈਸਟੀਗੇਸ਼ਨ, ਕਦੀ ਮੇਰੇ ਕਿਸੇ ਰਿਸ਼ਤੇਦਾਰ ਦੀ ਇਨਵੈਸਟੀਗੇਸ਼ਨ, ਕਦੀ ਮੇਰੇ ਕਿਸੇ ਦੋਸਤ ਦੀ ਇਨਵੈਸਟੀਗੇਸ਼ਨ, ਮੈਂ ਜਦੋਂ ਪੁੱਛਣਾ ਕੱਲ ਲੱਗੇ ਆ ਬਟ ਸਾਹਿਬ ਇਨਸ਼ਾਅੱਲਾ ਤਾਲਾ ਇਹ ਦੇਖੋ 15 ਦਿਨ ਹੋ ਗਏ ਜੇ ਤੇ ਗ੍ਰਿਫਤਾਰੀ ਨਹੀਂ ਪਾ ਸਕੇ, ਮਹਿਮਾਨ ਬਣਾ ਕੇ ਇਹਨਾਂ ਨੇ ਥਾਣੇ ਰੱਖੇ ਆ, ਉਹਨਾਂ ਨੂੰ ਆਪਣੀ ਮੰਜੀਆਂ ਦੇ ਭਾਗ ਰੋਟੀਆਂ ਖਵਾ ਰਹੇ ਨੇ। ਠੀਕ ਹੈ, 15 ਦਿਨ ਹੋ ਗਏ ਨੇ। ਬਿਲਕੁਲ ਠੀਕ ਹੈ। ਅੱਛਾ ਨਵੀਦ ਸਾਹਿਬ, ਇਹ ਦੱਸੋ ਕਿ ਜਦੋਂ ਤੁਹਾਡਾ ਭਾਈ ਮਰਡਰ ਹੁੰਦਾ ਹੈ, ਜਿਹਦੀ ਸ਼ਾਦੀ ਹੁੰਦੀ ਹੈ ਕੁਝ ਦਿਨ ਬਾਅਦ, ਉਹਦੀ ਲੜਾਈ ਦੀ ਵਜ੍ਹਾ ਕੀ ਬਣਦੀ ਹੈ? ਕਤਲ ਦੀ ਵਜ੍ਹਾ ਕੀ ਸੀ ਜਿੱਥੋਂ ਸ਼ੁਰੂ ਹੁੰਦੀ ਗੱਲ? ਉਹਦੀ ਲੜਾਈ ਦੀ ਵਜ੍ਹਾ ਇਹ ਸੀ ਕਿ ਉੱਥੇ ਕੋਈ ਸਲਾਮਤ ਨਾਂ ਦਾ ਆਦਮੀ ਸੀ, ਉਹਦੇ ਬੇਟੇ ਨੂੰ ਫਾਇਰ ਲੱਗ ਗਏ ਸਨ। ਅੱਛਾ, ਉਹ ਇਮਰਾਨ ਨੇ ਮਾਰੇ ਸਨ, ਤੇ ਇਮਰਾਨ ਕਹਿੰਦਾ ਸੀ, ਸਮਝਦਾ ਸੀ ਕਿ ਮੈਂ ਤੇ ਮੇਰਾ ਬੇਟਾ, ਮੇਰਾ ਭਾਈ ਕਾਸ਼ੀ, ਅਸੀਂ ਦੋਵੇਂ ਸੁਲ੍ਹਾ ਨਹੀਂ ਹੋਣ ਦੇ ਰਹੇ। ਅੱਛਾ, ਉਹਦੀ ਵਜ੍ਹਾ ਨਾਲ ਤੈਅ ਸੀ। ਠੀਕ ਹੈ, ਇਸ ਵਜ੍ਹਾ ਤੋਂ ਫਿਰ ਉਹਨੇ ਤੁਹਾਡਾ ਭਾਈ ਮਰਡਰ ਕਰਤਾ। ਅੱਛਾ, ਇਹਨਾਂ ਦੇ ਕੋਈ ਰਿਕਾਰਡ ਵੀ ਐਸਾ ਪੁਲਿਸ ਦੱਸਦੀ ਹੈ ਕਿ ਰਿਕਾਰਡ ਯਾਫਤਾ ਨੇ, ਕੋਈ 9C ਦੇ ਵੀ ਇਹਨਾਂ ਦੇ ਪਰਚੇ ਨੇ? ਇਹ ਜਿਹੜਾ ਇਹ ਮੁਲਜ਼ਮ ਫੜਿਆ ਹੈ ਨਾ, ਇਹ ਵੀ ਮਨਸ਼ਿਆਤ ਫਰੋਸ਼ ਹੈ, ਇਹਦੇ ਕੋਲ 10 ਕੁ ਪਰਚੇ ਜੇ। ਤੇ ਜਿਹੜਾ ਇਹਦਾ ਬਹਿਨੋਈ ਹੈ ਇਸ ਟਾਈਮ ਕੋਟ ਲਖਪਤ ਜੇਲ੍ਹ ਹੈ, ਬੜਾ ਮਸ਼ਹੂਰ ਜੇ, ਉਹਦਾ ਨਾਂ ਜੇ ਸਾਜਦ ਉਰਫ ਨੱਥੂ। ਫੈਕਟਰੀ ਏਰੀਆ ਥਾਣੇ ਦੇ ਤਕਰੀਬਨ ਕੋਈ 40 ਕੇ ਪਰਚੇ ਨੇ। ਇਸ ਟਾਈਮ 25 ਸਾਲ ਕੈਦ ਹੈ ਮਨਸ਼ਿਆਤ ਦੇ ਵਿੱਚ। ਠੀਕ ਹੈ। ਤੇ ਜਿਹੜਾ ਇਹ ਸਾਧ ਹੈਗਾ ਨਾਲ ਫੜਿਆ ਉਹਦੇ, ਇਹ ਕੋਈ 5 ਕਰੋੜ ਦੇ ਗੱਬਨ ਵਿੱਚੋਂ ਬਾਹਰ ਆਇਆ ਜੇ। ਹੁਣ ਇਹਦੇ ਬਾਪ ਦਾ ਵੀ ਪਰਚਾ ਸੀ, ਉਹਦੇ 'ਚ ਇਹਦਾ ਬਾਪ ਜਿਹੜਾ ਇਸ ਟਾਈਮ ਉਹਦੇ ਸ਼ਰਬਤ ਵੇਚਦਾ, ਯਾਨੀ ਕਿ ਨਸ਼ੇ ਵਾਲਾ ਸ਼ਰਬਤ ਨਹੀਂ ਹੁੰਦਾ, ਉਹ ਵੇਚਦਾ ਇਹਦਾ ਬਾਪ, ਨਾਲ ਜੂਆ ਕਰਵਾਉਂਦਾ ਆਪਣੇ ਘਰ, ਸਿਰਫ ਕਿਰਨ ਡਾਰ ਤੇ ਨਾਸਰ ਡਾਰ ਦੀ ਵਜ੍ਹਾ ਦੇ ਨਾਲ, ਉਹਦੀ ਸਪੋਰਟ ਤੇ। ਉਹਨਾਂ ਦਾ ਮਾਮਾ ਹੈ, ਉਹ MP ਨੇ ਮੇਰੇ ਇਲਾਕੇ ਦੇ ਵਿੱਚ। ਠੀਕ ਹੈ। ਅੱਛਾ, ਜਿਹੜੇ ਪੁਲਿਸ ਅਹਿਲਕਾਰ ਨੇ, ਜਿਹੜੇ ਤੁਸੀਂ ਦੱਸਿਆ, ਇੱਕ ਸਬ ਇੰਸਪੈਕਟਰ ਹੈ, ਇੱਕ ਖਾਤੂਨ ਸਬ ਇੰਸਪੈਕਟਰ ਹੈ, ਇਹ ਮਨਸ਼ਿਆਤ ਫਰੋਸ਼ ਜਿਹੜੇ ਰਿਕਾਰਡ ਯਾਫਤਾ ਨੇ, ਇਹਨਾਂ ਦੇ ਕਰੀਬੀ ਰਿਸ਼ਤੇਦਾਰ ਨੇ? ਇੱਕ ਸਕੇ ਚਾਚੇ ਦੀ ਬੇਟੀ ਹੈ ਤਾਏ ਦੀ, ਇੱਕ ਸਕੀ ਫੁੱਫੀ ਦਾ ਬੇਟਾ ਹੈ। ਠੀਕ ਹੈ, ਠੀਕ ਹੈ। ਤੇ ਫਿਰ ਤੇ ਬਹੁਤ ਆਸਾਨ ਹੈ ਪੁਲਿਸ ਲਈ ਕਿ ਰਿਕਾਰਡ ਵੀ ਇਹਨਾਂ ਦਾ ਮੌਜੂਦ ਹੈ, ਰਿਕਾਰਡ ਯਾਫਤਾ ਵੀ ਨੇ, ਫਿਰ ਵੀ ਪੁਲਿਸ ਜਿਹੜੀ ਹੈ ਤੁਹਾਡੀ ਮਦਦ ਨਹੀਂ ਕਰ ਰਹੀ ਹੈ। ਪੁਲਿਸ ਨਾ ਮੇਰੇ ਕੋਲ 10-20 ਲੱਖ ਹੋਣਾ ਦੇਣ ਲਈ, ਤੇ ਨਾ ਇਹਨਾਂ ਨੇ ਮੇਰੀ ਮਦਦ ਕਰਨੀ। ਮੇਰੀ ਤੇ IG ਕੋ अपील है, IG पंजाब को, ਤੇ ਨਾਲ ਗਵਰਨਰ ਕੋ, ਨਾਲ ਵਜ਼ੀਰ ਆਲਾ ਕੋ, ਕਿ ਜਨਾਬ ਜਾਂ ਤਾਂ ਫਿਰ ਮੈਨੂੰ 10-20 ਲੱਖ ਦਿਓ, ਮੈਂ ਇਹਨਾਂ ਨੂੰ ਦਵਾਂ ਤੇ ਮੇਰੀ ਮਦਦ ਕਰਨ, ਨਹੀਂ ਤੇ ਦੇਖ ਲਵੋ ਤੁਸੀਂ ਆਪ, ਨਹੀਂ ਤੇ ਮੈਂ ਖੁਦਕੁਸ਼ੀ ਕਰ ਲਵਾਂਗਾ ਜਾਂ ਫਿਰ ਬਦਲੇ ਵਾਲੇ ਪਾਸੇ ਟੁਰ ਪਵਾਂਗਾ ਜੇ ਮੈਨੂੰ ਇਨਸਾਫ ਨਹੀਂ ਮਿਲੇਗਾ। ਕੁਛ ਨਾ ਕੁਛ ਤਾਂ ਮੈਂ ਕਰਾਂਗਾ ਨਾ। ਠੀਕ ਹੈ। ਅੱਛਾ, ਤੁਸੀਂ ਭਾਟ ਸਾਹਿਬ ਯਕੀਨਨ ਜਿਹੜਾ ਇੰਚਾਰਜ ਇਨਵੈਸਟੀਗੇਸ਼ਨ ਹੈ ਸਬ ਇੰਸਪੈਕਟਰ, ਉਸ ਤੋਂ ਇਲਾਵਾ ਕਿਸੇ ਸੀਨੀਅਰ ਅਫਸਰ ਨੂੰ ਮਿਲੇ ਹੋ, SP ਕੋਲ? ਮੈਂ ਘਰੋਂ ਨਹੀਂ ਨਿਕਲਦਾ ਬਈ ਜਨਾਬ, ਮੈਨੂੰ ਆਪਣੀ ਜਾਨ ਨੂੰ ਖਤਰਾ ਹੈ, ਮੈਨੂੰ ਤੇ ਮੇਰੇ ਬੇਟੇ ਨੂੰ, ਮੈਂ ਘਰੋਂ ਨਹੀਂ ਬਾਹਰ ਨਿਕਲ ਰਿਹਾ। ਅੱਛਾ, ਅਜੇ ਵੀ ਤੁਹਾਨੂੰ ਜਾਨ ਦਾ ਖਤਰਾ ਹੈ? ਜੀ। ਤੇ ਤੁਹਾਨੂੰ ਕੋਈ ਥ੍ਰੈਡ ਵਗੈਰਾ ਵੀ ਆਏ ਨੇ? ਹਾਂਜੀ, ਸਹੀ ਡਾਰ ਕਰ ਰਿਹਾ ਮੈਨੂੰ ਥ੍ਰੈਡ, ਤੇ ਉਹਦਾ ਮੁੰਡਾ ਸਬ ਇੰਸਪੈਕਟਰ ਜਿਹੜਾ ਉਹ ਜਿਹੜਾ ਸਾਧ ਦਾ ਭਰਾ, ਕਿ ਮੈਂ ਤੈਨੂੰ ਵੀ ਮਰਵਾ ਦਿਆਂਗਾ, ਤੂੰ ਮੁੱਕ ਜਾਏਗਾ ਤਾਂ ਖਤਮ ਹੋ ਜਾਏਗੀ ਇਸ ਘਰ ਦੀ ਕਹਾਣੀ। ਅੱਛਾ, ਉਹ ਪੁਲਿਸ ਸਾਡਾ ਬੰਨਾ ਵੀ ਕਹਿੰਦਾ ਕੁਛ ਨਹੀਂ। ਅੱਛਾ, ਸਾਡਾ ਅਸੀਂ ਬੇਗੁਨਾਹ ਹੋਵਾਂਗੇ ਥਾਣੇ ਹੋਈ। ਅੱਛਾ, ਔਰ ਜਿਹੜਾ ਪੁਲਿਸ ਸਬ ਇੰਸਪੈਕਟਰ ਹੈ ਉਹ ਤੁਹਾਨੂੰ ਖੁਦ ਡਾਇਰੈਕਟ ਧਮਕੀਆਂ ਲਾ ਰਿਹਾ? ਨਹੀਂ, ਮੈਂ ਆਪਣੇ ਕਜ਼ਨ ਦੇ ਨੰਬਰ ਤੋਂ, ਆਪਣੇ ਚਾਚਾ ਦੇ ਖੁਦ ਫੋਨ ਕਰਦਾ, ਗੱਲ ਉਹ ਕਰਦਾ? ਮੁxtਲਿਫ ਨੰਬਰਾਂ ਤੋਂ ਮੈਨੂੰ ਦੇਖੋ, ਨੰਬਰ ਵੀ ਮੌਜੂਦ ਨੇ ਮੇਰੇ ਕੋਲ, ਇਹਨਾਂ ਦੇ ਕਜ਼ਨਾਂ ਦੇ ਨੰਬਰ ਨੇ ਜਿਹਨਾਂ ਤੋਂ ਮੇਰੀ ਕਾਲ ਟ੍ਰੇਸ ਕੀਤੀ ਜਾਵੇ। ਦੇਖੋ ਕਿ ਮੈਨੂੰ ਇਹਨਾਂ ਦੇ ਘਰੋਂ ਨੰਬਰ ਆਖਰ ਮੈਨੂੰ ਆ ਰਿਹਾ ਨਾ, ਯਾਨੀ ਕਿ ਨੰਬਰ ਇਹਨਾਂ ਦੇ ਚਾਚੇ ਦੇ ਪੁੱਤਰ ਦਾ, ਤਾਏ ਦੇ ਬੇਟੇ ਦਾ ਹੈ, ਤੇ ਇਹਨਾਂ ਦਾ ਹੀ ਹੋਇਆ ਨਾ। ਮੈਂ ਘਰੋਂ ਤਾਂ ਨਹੀਂ ਆਪਣੇ ਨੰਬਰ ਕਰਦਾ ਪਿਆ ਕਿ ਮੈਂ ਕੋਈ ਖੁਦ ਲੋਕੇਸ਼ਨਾਂ ਬਣਾਉਣੀ ਹੈ। ਪੁਲਿਸ ਆਪ ਦੇਖੇ, ਚੈੱਕ ਕਰੇ ਕਿ ਬਾਕੀ ਨੰਬਰ ਉਹਨਾਂ ਦਾ ਹੈ। ਬਿਲਕੁਲ ਠੀਕ ਹੈ। ਔਰ ਤੁਸੀਂ ਕੋਈ ਇਸ ਹਵਾਲੇ ਨਾਲ ਕੋਈ ਪੁਲਿਸ ਹੁਕਾਮ ਨੂੰ ਮਿਲੇ ਹੋ, ਕਿਸੇ SP ਨੂੰ ਜਾਂ ਕਿਸੇ DIG? ਮੈਂ ਕਿਸੇ ਨੂੰ ਵੀ ਨਹੀਂ ਮਿਲਿਆ, ਮੈਂ ਘਰੋਂ ਨਹੀਂ ਨਿਕਲਦਾ ਪਿਆ, ਮੈਂ ਆਪਣੀ ਜਾਨ ਲੁਕਾ ਕੇ ਬੈਠਾ ਹਾਂ ਇੱਥੇ। ਜਾਨ, ਔਰ ਤੁਹਾਨੂੰ ਖਤਰਾ? ਮੇਰੀ ਇੱਕ ਬੇਟੀ ਕਤਲ ਹੋ ਗਈ, ਮੇਰਾ ਇੱਕ ਬੇਟਾ ਕਤਲ ਹੋ ਗਿਆ, ਤੇ ਮੈਂ ਕਿਸ ਤਰ੍ਹਾਂ ਘਰੋਂ ਨਿਕਲਾਂ, ਮੈਂ ਤੁਸੀਂ ਦੱਸੋ। बिल्कुल ठीक है, ਤੁਹਾਡੇ ਲਈ मुश्किल है। ये थे जी नवीद भट्ट साहब, जो इस मुकदमे के और इस अफसोसनाक वाक़े के मुद्दई हैं मुकदमे के। इन्होंने बताया पुलिस जो है वो इनको तहफ़्फ़ुज़ भी नहीं दे रही और इनको इंसाफ भी फ़राहम नहीं कर रही। क्या वजूहात हैं कि इतने बाअसर हैं, इतने बाअसर हो गए मुलज़मान, उनके करीबी अजीज़ों कारब, जिस तरह से नवीद साहब ने बताया कि पुलिस डिपार्टमेंट में भी हैं, पुलिस के साथ उनका एक गहरा ताल्लुक़ है, वो भी उनको सपोर्ट कर रहे हैं। और अभी तक 2 बच्चों के कत्ल होने के बावजूद
मुल्ज़मान की जानिब से इन्हें धमकियां दी जा रही हैं। इस प्रोग्राम में हम आपको मज़ीद जो रिश्तेदार हैं, ऐनी शाहिदीन हैं, उनसे भी बात करवाते हैं और पुलिस का मौक़िफ़ भी जानते हैं कि पुलिस इस हवाले से क्या कहती है। थाना वादत कॉलोनी की हदूद में जो डबल मर्डर होता है, उनके लवाहिकीन बहुत ही करीबी अजीज़ व अकारब जो हैं वो हमारे साथ हैं। इनसे भी जानने की कोशिश करते हैं कि इस अफसोसनाक वाक़े में जो लोग मुलव्विस थे, क्या है इनकी रंजिश और क्या दुश्मनी है कि जिसके नतीजे में एक स्टूडेंट लड़की जो है उसको भी घर की दहलीज पर घर के अंदर कत्ल कर दिया जाता है। बाजी आप बताइएगा ये क्या हुआ, इतनी दुश्मनी के घर के अंदर आके भाई को भी मार दिया और बहन को भी मार दिया? दुश्मनी तो इनकी काफ़ी अरसे से थी, चल रही थी। आपस में ज़ाहिर रिश्तेदारी भी थी। उनकी बेटी इनके घर थी, चच्ची थी इनकी। बस उन्होंने ऐसा दिल में बुग़्ज़ रखा, सुलह के बहाने उन्होंने ये बहुत गलत जो भी किया ना, अच्छा नहीं किया। बस दुख तो इतना भाई कुछ समझ नहीं आ रही कि अल्लाह ताला या उनको क्या हम कह सकते सज़ा मिले, ये तो अल्लाह ही जानता है। जो हमें दुख है, सोचते हैं भी हम उनसे तो बात भी नहीं हो रही। इतनी छोटी सी ज़ाहिर अब भी स्टूडेंट कॉलेज में गई थी, वो बाप की इतनी लाडली, जो बेटा भी माशाल्लाह से, दुश्मनी तो बच्चे के साथ थी उनकी, मगर बच्चा भी अपने बाप की वजह से वो तो इनके बाप को कत्ल करना चाहते थे। तो अल्लाह ने बस बाप की अल्लाह ने ज़िंदगी रखी, मगर वो बेटे को उन्होंने सुलह के बहाने ऐसे घर में आके ये हरकत की, वो अच्छी नहीं की। अच्छा, बेटी तो जो है वो उसका कोई ताल्लुक भी नहीं था, कोई जाहिर है, लेकिन वो अपने बाप को बचाने के लिए आगे आई और यही तो बहाना बन गया बेचारी के। किस तरह कुछ सोच भी नहीं थी किसी की भी ऐसा, क्यों उन्होंने ऐसा किया, ये बहुत गलत किया। अब उनको कोई पकड़ क्यों नहीं रहा, क्यों नहीं साथ दे रही पुलिस? अब क्या चाहते हैं ये लोग, कैसे दरिंदे बन जाते हैं मिनटों में। अच्छा ये बताएं कि इतनी पुरानी दुश्मनी, फिर रिश्तेदारी भी करीबी, उनकी जो है वो बच्चों की जो थी चची थी, उनकी बहन गालबन, तो कभी आप लोगों को महसूस नहीं हुआ कि इन्होंने इतना दिल में बुग़्ज़ रखा हुआ है, इतना दिल तो में? ऐसा कुछ सोच भी नहीं थी, वो तो इतना इनसे पेमेंट ले चुकी थी, इतना ये नहीं देते थे कि चले कोई बात नहीं, बेवा औरत है, मगर उन्होंने इतना किड़र दिल में इतनी बुग़्ज़ रखा, कुछ बस इन्होंने दोस्ती के बहाने कदम उठाया, घर में दो सुलह कर लेते हैं। इन्होंने बोला चलो अच्छी बात है, सुलह कर लेते हैं, तो मगर ये तो नहीं पता था कि इन्होंने आके घर में इस तरह हरकत करनी है। तो बहुत जुल्म हुआ है, ये बहुत गलत किया उन्होंने, उनको तो कड़ी सज़ा मिलनी चाहिए। अच्छा बाजी, आपकी जो मरने वाली लड़की थी और मरने वाला जो लड़का था, उसकी भतीजा आपका था, उनकी वालदा का क्या हाल है? माँ का क्या हाल होता है, माँ का क्या, जब हम पुप्पियों से बात नहीं हो रही तो माँ का क्या हाल होगा। हम तो कहते हैं ये हमारा भाई, ये कैसे अल्लाह ताला इसे सेहत दे, सब्र दे, क्या कह सकते हैं। हम तो घर में भी यही सोचते हैं कि वो बच्ची किस तरह चली गई हाथों में। क्या हुआ, किस तरह आपको पता चला, तो क्या क़यामत टूटी? मैंने भाई को फ़ोन किया तो भाई ने मुझे बताया, रात को मैं सोई हुई थी, 2 बजे के करीब भाई आया, कहता जल्दी चलो, उधर भाई के घर गोली चल गई। हम सीधा हॉस्पिटल चले गए, सर्विस हॉस्पिटल। जब मैं वहाँ गई तो वो नुमान की तो डेथ हो गई हुई थी, और जो बेटी थी उसके हल्का हल्का सांस आ रहा था। तो मैंने डॉक्टर से पूछा, कह रहे ब्लड अरेंज करें, ब्लड अरेंज करें। अभी एक बोतल लगी है, तो उसके ना वो पंप सा लगाया हुआ था, मुझे पकड़ा दिया, कह रहे पंप करें। मैं उसको पंप कर रही हूँ, अभी 4 सांस उसने लिए, तो एकदम से वो भी बंद हो गया सांस। मैंने रोला डाल दिया, मैंने कहा डॉक्टर साहब देखे इसको क्या हो गया। जब वो पास आए, उन्होंने देखा, बहुत उन्होंने पंच किया हार्ट को, मगर वो कहते जो हार्ट की नाली थी ना, जैसे वो वेन जो थी, वेन थी जो, वो कट गई थी, तो वो इंतकाल गई। उसको तो अभी देख रहे थे, उसके पापा भी उधर गिर गए, उनको पड़ गई। बस सुबह 5 बजे फिर वो दोनों, उन्होंने कहा कि जनरल अस्पताल शिफ्ट कर दें। हम फिर वहाँ छोड़ के घर आए हैं तो देखा है तो उसकी अम्मी कभी रो रही है, कभी हंस रही है। वो कहती मुझे समझ ही नहीं लग रही थी कि क्या हो गया मेरे घर को। अच्छा, इससे पहले आपका भाई भी एक मर्डर हो चुका है इन्होंने? छोटा सा था तब, 14 साल का था, जब इससे बच्चा ही था 14 साल का जब उससे मर्डर हुआ। ठीक है, मेरा भाई तो माफ़ी ही मांगता रहा हमसे। यकीन माने, कोई बाप होगा ये कहते होते थे कि
अगर चौक में खड़ा होके कहो ना मैं आपके पाँव पड़ जाऊँ, मैं वो भी पड़ जाऊँगा। यहाँ तक कहते होते थे ये मेरे भाई। इतना उनसे तरले करते होते थे, इतनी मिन्नतें करते होते कि जितना मर्जी पैसा ले लो, जो मर्जी कर लो, एक दफ़ा मेरे बेटे को माफ़ी दे दो, माफ़ी दे दो। तो ये उसी सिलसिले में जो है वो सुलह करने के लिए आए और धोखा दिया। हाँ जी, और 2 साल हो गए थे, भतीजे की जमानत हो गई थी, तो अब ये कह रहे थे कि चलो अब सुलह कर लेते हैं, तो सुलह के ये दुश्मनी ख़त्म हो जाए, मेरे भतीजे भतीजियाँ मुझे मिलना शुरू हो जाए, मुझे यतीम है, मैं उनकी पैरवाई करूँ, उनको अपने पास रखूं। मगर हमें क्या पता कि उन्होंने क्या कर दिया। बाजी कुछ कह सकती हैं कि जो दुश्मनी इस तरह की होती है उसमें कितने दोनों खानदानों का नुकसान होता है? सारा कुछ भाई, हमारी तो वो बच्ची और वो भतीजा, मैं कहती हूँ मुझे तो भूलता ही नहीं। अभी थोड़े दिन पहले मैं आई थी, इधर बैठी हुई थी, इतना मजाक कर रही, भतीजा इधर बैठा इतना मजाक कर रहा मेरे साथ, वो तो आंखों के सामने से जाते ही नहीं है दोनों। यकीन माने बहुत बड़ा दुश्मनी इन्होंने हमारे साथ निभाई, और अब पुलिस वाले आके उल्टा भाई को ही ब्लेम दे रहे हैं। एक एक करके पूछते सबको, एक एक करके। कोई बाप तो नहीं अपनी औलाद को मारेगा, बताए मुझे, कोई भाई तो नहीं मारेगा अपने। इधर तो इतना प्यार था इन चारों बच्चों का बाप के साथ और माँ के साथ, के माँ बाप उनको देख के जीते थे। थोड़े दिन गुजरने भाई ने मुझे फ़ोन कर देना, आजा घर आना, हंसते रहना, खेलते रहना। ये बाप मार सकता है मुझे, ये बताए? नहीं, ऐसा नहीं हो सकता। कोई माँ मारेगी अपने बच्चों, वो भी घर में बैठ के। इन्होंने इतबार कर लिया अपनी भाभी का, ये इतबार में मारे गए। इतबार में मारे गए, और अब पुलिस जो है वो आपको इंसाफ मिल रहा है? कर रही, हमारी नहीं फेवर कर रही, वो उनकी फेवर कर रही। क्या कहती है पुलिस? क्या वो बार बार पूछने ही आते, इनसे पूछने इन्वेस्टिगेशन वाले आते, इनसे ही पूछते आके। 2 जाने भी आप लोगों की चली गई, 2 जाने भी चले गई, और इंसाफ भी नहीं मिल रहा हमें। अब तो यही है जिनके पास पैसा है, पुलिस भी उसकी है कि नहीं? बिल्कुल ठीक है। अच्छा, ये आप हमें इंसाफ दिलाएंगे तो होगा। वो देख ले उसके बाप का क्या हाल है, माँ को देखे, वो उनको देख के पड़े। छोटा भाई है, उसने तो आवाज़ ही बंद कर ली, ना वो उस दिन से बोल रहा है, ना खा रहा है, ना पी रहा है। उसको इतना डांट डांट के बोल के थोड़ा थोड़ा खिलाते हैं, उसने तो आवाज़ ही बंद कर ली हुई है भाई ने भी। आप भी फुफ्फो हैं बच्चों की? जी, मैं भी फुफ्फो हूँ बच्चों की। तो इन्होंने बहुत गलत किया मेरे भाई के साथ, जो कुछ भी किया, क्योंकि इन्होंने पहले 15 दिन पहले इन्होंने यही रट लगाई हुई थी, हम थक गए हैं, सुलह कर लें, सुलह कर लें। अब हमसे नहीं कचहरियों के चक्कर लगते, थानों के। अब सुलह ऐसा उसने चक्कर दिया। मेरे भाई इनको बाहर मिलते रहे हैं, उनके साथ बात करते रहे हैं। एंड पे इन्होंने घर आके बहाने के साथ ही मेरे भाई इन्होंने दरवाज़ा खड़काया, मेरा भाई बाहर गया, ये अंदर आ गए हैं। मास्क लगाए हुए थे इन्होंने, तीनों ने। बाहर माँ खड़ी थी, तो अंदर आए हैं। तो आते ही सामने बैठा हुआ था हनुमान, उसको गोली चला दी इन्होंने। उसको गोली लगी है, तो साथ ही गुड़िया और सामने कमरे में थे। उसने देखा है कि आवाज़ कहाँ से आई, बाहर निकली, वो बाप को मारने लगे, तो वो आगे भाग के बाप को बचाते बचाते उसने जान दे दी हमारी बच्ची ने। और भतीजे का तो जो हाल किया उन्होंने, अल्लाह उनसे पूछे। लेकिन बात ये है, ये हमारी दुश्मनी पहले से ही चल रही थी इनके साथ। इन्होंने पहले हमारे भाई को कत्ल किया, फिर दूसरे भाई को जहर दिया। वो बच्चा छोटा था, जो इसका चाचू था। और अच्छा, पहले जो सबसे पहले कत्ल हुआ, शुरुआत वहाँ से हुई थी? वहाँ से हुई थी। क्यों मारा था इन्होंने भाई आपको? वो भी पता ही नहीं, शरारती, बस पता ही नहीं चला कैसे मार दिया इन्होंने। वो भी मेरा भाई इतना ही था, 19-20 साल का ही। ठीक है। उसकी शादी रखी हुई थी हमने, उसे भी ऐसे ही कत्ल कर दिया, पीछे से वार किया। शादी कुछ दिन बाद थी जब कत्ल? हाँ जी। अच्छा। तो इन्होंने उससे भी पीछे से वार करके ना तो कत्ल कर दिया। तो उसके बाद हमने इनकी बेटी के साथ शादी कर दी, मेरे भाई की, दूसरे की। ठीक है। तो ये दुश्मनी ख़त्म हो जाएगी, लेकिन दुश्मनी ख़त्म नहीं हुई। वो भी बस लोग कहने लगे इसको जहर दे दिया है। अभी दर्द हुई है पेट में, घंटे बाद फ़ोन आ गया बाबर मर गया। तो उन्होंने कहा कि ये इन्होंने ना जहर दे दिया, नीला हो गया, ये हो गया, वो हो गया। मेरे भाई ने ये सब कुछ छोड़ दिया इस वजह से कि मैंने दुश्मनी नहीं डालनी, दुश्मनी ख़त्म करनी है, डालनी नहीं है। तो इन्होंने फिर भी नहीं छोड़ा। बस वो बच्चा था, उसके दिमाग में यही था, पहले मेरा चाचा कत्ल किया, फिर मेरे चाचू को जहर इन्होंने दिया। वो छोटा बच्चा था, उसके जहन में चलती रही ये बात।
और इन्होंने ये धमकियाँ दी हैं कि नवीद भट्ट को कत्ल करना है, नवीद भट्ट को कत्ल करना है। तो उन्होंने यही सोच के बच्चे ने ये कहा कि ये मेरे बाप को कत्ल करेंगे, मैं इनको कत्ल कर दूँ उस लड़के को, ठीक जो कह रहा था। ठीक है। तो इसने उसको कत्ल किया है। उनका एक गया, हमारे 4 चले गए। अब आप बताएं हम क्या कर सकते हैं। मेरी भाभी इतनी बीमार हुई हुई, उस दिन से होश नहीं कर रही। भतीजी मेरी दूसरी भी, मेरा भतीजा जो वो बोलता ही नहीं है, ना कुछ खाता पीता है, हम उसके पीछे पीछे फिरते हैं। तो हमें तो इंसाफ चाहिए। पुलिस जो है वो उल्टा आके मेरे भाई से पूछगिछ करती है, क्यों बार बार आते हैं और क्यों पूछते हैं, ये हमें बताएं। ये उनका एक था, हमारे 4। हमें इंसाफ चाहिए आपसे। मतलब इस दुश्मनी की भेंट जो है 5 लोग चढ़ चुके हैं, बेशक। जिसमें 4 लोग आपके हैं। हाँ जी, एक उनका है। उन्होंने यही कहा है कि हम थक चुके हैं, अब हम सुलह करेंगे, हम सुलह करेंगे। अच्छा, अब आप क्या समझती हैं कि ये दुश्मनी जो है वो अब खुदा न खास्ता और आगे बढ़ेगी या ख़त्म हो जाएगी? अब तो आप देखें, आपको पता होना चाहिए, एक घर के 4 चले गए, एक घर का एक गया, तो क्या हो सकता है आगे। मेरा भाई तो इतने, अब उसके पास इतने वसाइल भी नहीं है कि वो आगे चल सके। जवान बेटा, जवान बेटी, स्टूडेंट बेटी, फर्स्ट ईयर में पढ़ती थी। ठीक है। इसके ये यही कहता था, पुप्पा मुझे पता नहीं चला, मैंने, मेरे दिल को होल पड़ता था कि इसने मेरे बाप को मार देना। मेरे बाप, पहला लेक्चर हुआ तो मैंने छोड़ दिया, दूसरा लेक्चर हुआ तो मेरे दिल को कुछ होने लगा, ऐसे घूम ही रहा था ये मेरा सामने। वो उसने जाके कत्ल कर दिया कि ये मेरे बाप को मारेगा, मैं इससे क्यों ना मार दूँ। बिल्कुल ठीक है, ठीक है। अच्छा, ये रिश्तेदारी कितनी करीबी है? एक तो शादी की उन्होंने, अपनी बहन दे दिया आपके भाई के साथ, उसकी शादी हो गई। उससे पहले भी रिश्तेदारी? नहीं, हमारी कोई रिश्तेदारी नहीं थी, मोहल्लेदारी थी। अच्छा, मोहल्लेदारी थी। ये गुमटी में रहते थे, उधर ही उनका घर था, उधर ही इनका। मेरे भाई ने अपने भाइयों को बचाने के लिए भी छोड़ दी गुमटी। ठीक है। फिर वो उन्होंने ये मुतालबा, दुश्मनी की वजह से घर गुमटी बाजार से छोड़ के इधर आ गए थे कि मेरे बच्चे बच जाएं। चलो जो कुछ भी हो गया उसे छोड़े, अब मैं और नहीं कर सकता। अपने बच्चों को बचाते बचाते यहाँ तक पहुँचे हम, लेकिन बच्चे उसके फिर नहीं बचे, फिर भी नहीं बचे। अब आप बताएं हम क्या करें, हम कैसे जिएं। मेरा भाई उसी वक्त बेहोश हो गया था, उसके तो हाथ पैर कांपने लग गए कि मेरे घर में आके उन्होंने क्या कर दिया। पुलिस को सब पता है कि क्या हुआ हुआ, केस चल रहा था ना, उन्हें पता था। लेकिन अब पुलिस को नहीं पता नजर आ रहा। अब बार बार आ रही हैं, क्यों आ रही हैं, किस वजह से हमारे घर आ रही हैं, मेरे भाई को बुला रही हैं। अच्छा, पुलिस का ये नहीं समझ आया कि कत्ल भी आपके हुए, जुल्म भी आपके साथ हुआ, तो तफ्तीश भी उल्टी आपसे कर रहे हैं, आपके भाई से कर। वो उनकी वजह से पैसा खा रहे हैं, वो पैसा दे रहे होंगे ना, तो बहुत पैसे वाले, जाहिर है पैसे वाले ही होंगे, तो इन्होंने इतना बड़ा काम कर लिया। मेरे भाई के पास नहीं था, लेकिन फिर भी वो रेंज कर रहा था कि मैंने सुलह करनी, अपने बच्चे बचाने। तो मेरे 2 जो भतीजे हैं उधर हैं, 3 बच्चे उधर भी हैं मेरी भाभी की तरफ ही। अच्छा। तो चलो सुलह हो जाएगी, हम आपस में रहेंगे। इसकी तो ये ज़हन था, उसको क्या पता था कि इसने घर आके मेरे बच्चों को ही मार देना। साथ में भाभी भी रल गई, वो भी आई इधर, वहाँ भी आई, दूसरी बहनें भी आई, बाद में आई तो शूट कर दिया इन्होंने। ठीक हो। अब आप बताएं आपने क्या करना है। देखिए जी, हम तो आपकी आवाज़ जो है वो हुकाम बाला तक पहुँचाएँगे। यकीनन इंसाफ के लिए जो है वो हर शख्स और हर मुद्दई जो है वो इंसाफ का मुतलाशी होता है। एक तो वैसे नहीं मिल रहा अभी। जी हाँ, मुजरम एक तो मिल ही नहीं रहा माजा। उसे भी पकड़े ना, पुलिस उसे क्यों नहीं पकड़ रही? जी बिल्कुल ठीक है, उसे पकड़ना चाहिए। आज कितने दिन हो गए हैं, वो अभी तक नहीं इनके हाथ लगा। मुकदमे के मुद्दई जो है ये तीनों उनकी बहनें हैं और इनका गिला है लाहौर पुलिस से और लाहौर पुलिस के सरबराह से कि कत्ल भी इनके घर पे हुए, सुलह के बहाने मुल्ज़मान इनके घर पे आए और इसी जगह पे जहाँ पे हम बैठे हुए हैं, यहाँ पे बेदर्दी के साथ एक जवान साला नौजवान और उसकी फर्स्ट ईयर की तालिब इल्म जो बच्ची थी उसको भी कत्ल कर दिया। गोलियां मारी, मौके पर लड़का जो है वो दम तोड़ गया। हॉस्पिटल में जाके मकतूला जो है वो भी दम तोड़ गई। पुलिस जो है अभी तक मुल्ज़मान को गिरफ़्तार नहीं कर सकी है। पुलिस जो आती है यहाँ पे तफ्तीश करती है, मुख्तलिफ़ किस्म के सवालात करती है, लेकिन इनको गिला है
कि पुलिस जो फौरी इंसाफ फराहम करने का दावा करती है, पुलिस हुकाम दावा करते हैं कि फौरी हम इंसाफ देते हैं, लेकिन नामजद मुल्ज़मान है, पुरानी दुश्मनी है, दरीना दुश्मनी है, इनके हवाले से अभी तक ना तो किसी की गिरफ़्तारी अमल में लाई गई और ना ही किसी को गिरफ़्तार किया गया। तवक्को करते हैं, अपील करते हैं पुलिस हुकाम से कि इनको इंसाफ फराहम किया जाए। डबल मर्डर की अफसोसनाक वारदात जहाँ पे होती है, ये दोनों चश्मदीद गवाह हैं, उस मौके पर मौजूद थे। किस तरह से इस वारदात को इन्होंने अपनी आंखों से देखा, इनकी ज़ुबानी जानते हैं। आप अपना नाम बताइएगा जी और बताइएगा कि किस तरह का वाक़या हुआ, कौन लोग आए और क्या कर रहे थे। 9:30 ਵਜੇ ਘਰੋਂ ਨਿਕਲੇ ਸਾਂ। ठीक है। ਕਰੀਮ ਪਾਰਕ ਰਿਹਾਇਸ਼ ਹੈ, ਮਨਾਰ ਪਾਕਿਸਤਾਨ ਦੇ ਸਾਹਮਣੇ ਕਰੀਮ ਪਾਰਕ ਰਿਹਾਇਸ਼ ਹੈ। ਤੇ ਸਾਨੂੰ ਇੱਕ ਦਿਨ ਪਹਿਲੇ ਟੈਲੀਫੋਨ ਆਇਆ ਸੀ ਗੁੜੀਆ ਦਾ ਬਿਮਾਰ ਹੀ ਹੈ ਤੇ ਨਾਲੇ WhatsApp ਦਾ ਜਿਹੜਾ ਨਾ ਕਿਸ਼ਤਾਂ ਦਾ ਹੀ ਕਾਰੋਬਾਰ ਹੈ, ਇਲੈਕਟ੍ਰੋਨਿਕ ਵਗੈਰਾ ਦਾ ਕਾਰੋਬਾਰ ਹੈ। 2-3 ਸ਼ਾਮਾਂ ਕਿਸੇ ਨੂੰ ਦੋਸਤ ਨੂੰ ਆਪਣੇ ਰੈਫਲ ਦੇ 2 ਸ਼ਹਿਰ ਇੱਕ ਟੀਵੀ ਕੋਈ ਮੋਬਾਈਲ ਲੈ ਕੇ ਦਿੱਤਾ ਹੋਇਆ ਸੀ। ਉਹਦੀਆਂ ਵੀ ਕਿਸ਼ਤਾਂ ਸਾਡੇ ਕੋਲ ਹੀ ਆ ਸਨ, ਉਹ ਕਿਸ਼ਤਾਂ ਵੀ ਦੇਣ ਆਉਣੀਆਂ ਸਨ। ਮੈਂ ਕਿਹਾ ਸੇ ਬਹਾਨੇ ਗੁੜੀਆ ਦੀ ਖਬਰ ਵੀ ਲੈ ਆਈਏ। ठीक है। 10:30 ਵਜੇ ਕੋਲ ਅਸੀਂ ਨਿਕਲੇ ਹਾਂ ਤੇ ਰਸਤੇ ਗੱਲਾਂ ਬਾਤਾਂ ਕਰਦੇ ਆਏ ਤੇ ਘਰ ਖੈਰ ਨਾਲ ਆ ਗਏ। अस्सलाम वालेकुम, चलो जी अंदर बह गए। हासा मजाक शुरू हो गया, गल्लां बातां दे विच टाइम काफ़ी गुजर गया। कोई 1 बजे दरम्यान टाइम ही आ सी ते बैल वजी है, असीं अंदर बैठे सां। बैल वजी है तो बारसा ने बूहा खोलिया। नमान उधर बैठा सी, बिरयानी खा के हले वेले ही होया सी तो ਉਹਦੇ ਖਾਬੋ ਖਿਆਲ 'ਚ नहीं आ सी मैं आखिरी बिरयानी खानी है, इस तो बाद बिरयानी मैं नसीब ही नहीं होनी। ते ਉਹ 3 ਬੰਦੇ ਸਨ, ਤਿੰਨੇ ਬੰਦੇ ਜਿਹੜੇ ਹੈ ਨਾ ਅੰਦਰ ਐਂਟਰ ਹੋਏ ਨੇ। ਮੈਂ ਐਂਟਰ ਹੁੰਦੇ ਨਹੀਂ ਵੇਖਿਆ। ਜਿਸ ਵੇਲੇ ਗੋਲੀਆਂ ਚਲਾਣੀ ਸ਼ੁਰੂ ਕਰਤੀਆਂ ਨੇ ਨਾ ਤੇ ਮੈਂ ਅੰਦਰੋਂ ਜਿਹੜਾ ਨਾ ਭੱਜ ਕੇ ਇਹ ਬੂਹੇ 'ਚ ਆਇਆ ਵਾਂ। ਉਸ ਤੋਂ ਬਾਅਦ ਜਿਹੜਾ ਨਾ 2 ਇੱਥੇ ਖੜੇ ਸਨ, ਇੱਕ ਥੱਲੇ ਸੀ ਤੇ ਤਿੰਨਾਂ ਦੇ ਹੱਥ 'ਚ ਪਿਸਤੌਲ ਸਨ। कौन सी की नाम सी उन्होंने? ਇੱਕ ਵਿੱਕੀ ਸੀ, ਇੱਕ ਮਾਜਦ ਉਫ ਮਾਜਾ ਸੀ, ठीक है। ਇੱਕ ਉਹ ਡਾਰ ਦਾ ਪੁੱਤਰ ਸੀ। ठीक है। ਉਧਰ ਥੱਲੇ ਖਲੋਤਾ ਸੀ, 2 ਇਹਨੇ ਉੱਤੇ ਸੀ, ਦਰੀਜ਼ਾਂ ਦੇ ਵਿੱਚ ਇਹ ਸਨ। ठीक है। तिन्हां दे हत्थां च ਤਿੰਨਾਂ ਦੇ ਹੱਥ ਪਿਸਤੌਲ ਸਨ। ठीक। ਤੇ ਪਹਿਲੇ ਨੁਮਾਨ ਵਾਲ ਉਹਨਾਂ ਨੇ ਗੋਲੀਆਂ ਚਲਾਤੀਆਂ ਸਨ। ਉਸ ਤੋਂ ਬਾਅਦ WhatsApp ਵਾਲ ਉਹਨਾਂ ਨੇ ਮੂੰਹ ਕੀਤਾ ਵੇ, ਉਹਨਾਂ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਤੋ ਬੱਚੀ ਜਿਹੜੀ ਨਾ ਉਸ ਤੋਂ ਪਹਿਲੇ ਬਾਇਆ ਪਾ ਕੇ ਤੇ ਖਲੋਤੀ ਸੀ, ਕਹਿੰਦੀ ਅੱਬੂ ਮੈਨੂੰ ਡਾਕਟਰ ਦੇ ਲੈ ਜਾਓ। ਤੇ WhatsApp ਉਹਨੂੰ ਡਾਕਟਰ ਦੇ ਲੈ ਕੇ ਚੱਲੇ ਨੇ ਤੇ ਅਸੀਂ ਵੀ ਕਹਿ ਰਹੇ ਜਾਓ ਉਹਦਾ ਇੰਜੈਕਸ਼ਨ ਲਵਾ ਲਿਓ, ਤਬੀਅਤ ਠੀਕ ਹੋ ਜਾਏਗੀ। ठीक। ਇਹ ਨਹੀਂ ਪਤਾ ਜੀ ਉਹਨੂੰ ਇੰਜੈਕਸ਼ਨ ਹੀ ਲੱਗਣਾ ਸੀ, ਗੋਲੀ ਲੱਗਣੀ ਸੀ। ਆਖਰੀ ਇੰਜੈਕਸ਼ਨ ਉਹਦਾ ਉਹ ਸੀ ਵਿਚਾਰੀ ਦਾ। ਉਸ ਬਸ ਹੁਕਮੇ ਰੱਬੀ ਹੈ, ਜਦੋਂ ਲਿਖੀ ਉਦੋਂ ਤਾਂ ਕਿਸੇ ਨੇ ਟਾਲਣੀ ਨਹੀਂ, ਬਹਾਨਾ ਹੀ ਬਣਨਾ ਵੇ। ਮਗਰ ਨਜਾਇਜ਼ ਹੋਈ ਹੈ, ਹੁਣ ਤੇ ਸਾਡਾ ਨਜਾਇਜ਼ ਹੋ ਰਹੀ ਹੈ। ਥਾਣੇ ਮੈਂ ਗਿਆ ਵਾਂ, ਉੱਥੇ SHO ਨੇ ਸਾਰੇ ਬੰਦੇ ਬਾਹਰ ਕੱਢ ਕੇ ਮੇਰੇ ਨਾਲ ਸਵਾਲ ਕੀਤੇ ਨੇ। ਕੋਈ ਜਾਣ ਬੁੱਝ ਕੇ ਤੇ ਨਹੀਂ ਕੋਈ ਗਵਾਹੀ ਦੇ ਰਹੇ। ਮੈਂ ਕਿਹਾ ਅੱਲਾ ਨੇ ਸਾਹ ਰੱਖਿਆ ਹੈ, ਹਰੇ ਮੈਂ ਥਾਣਿਓਂ ਬਾਹਰ ਨਿਕਲਣਾ ਕਿ ਨਹੀਂ ਨਿਕਲਣਾ ਉਹ ਮੇਰੇ ਅੱਲਾ ਨੂੰ ਪਤਾ ਹੈ। ਨਾ ਸਾਰੀ ਜ਼ਿੰਦਗੀ ਝੂਠ ਬੋਲਿਆ ਤੇ ਨਾ ਬੋਲਣ ਦੀ ਲੋੜ ਹੈ। ਮਿੰਟ ਦਾ ਭਰੋਸਾ ਕੋਈ ਨਹੀਂ, ਐਵੇਂ ਨਾਲਿਆਂ ਦਾ ਦੁਨੀਆ ਦਾ ਮਾਲ ਦੁਨੀਆ 'ਤੇ ਰਹਿ ਜਾਣਾ। ਮੈਂ ਕਿਹਾ ਸਰ ਜੋ ਵੇਖਿਆ ਮੈਂ ਤੁਹਾਨੂੰ ਦੱਸਦਾ। ਨਹੀਂ ਜੀ ਉਹ ਤਾਂ ਕੁੜੀ ਨੂੰ ਅੱਧਾ ਘੰਟਾ ਪਹਿਲੇ ਗੋਲੀ ਵੱਜੀ ਸੀ ਤੇ ਮੈਂ ਕਿਹਾ ਅੱਧਾ ਘੰਟਾ ਪਹਿਲੇ ਕਿਉਂ ਨਹੀਂ ਹਸਪੀਟਲ ਲੈ ਗਏ ਹੋ? ਮੁੰਡੇ ਨੂੰ ਬਾਅਦ 'ਚ ਅੱਧਾ ਘੰਟਾ ਬਾਅਦ ਗੋਲੀ ਜਾ ਕੇ ਵੱਜਣੀ ਸੀ। ਮੈਂ ਕਿਹਾ ਮੇਰੇ ਸਾਹਮਣੇ ਵਕੂਆ ਹੋਇਆ ਤੇ ਅੱਧਾ ਘੰਟਾ ਪਹਿਲੇ ਕਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਗਈ ਜੀ, ਉਹ ਆਣੇ ਦਾ ਅੱਧਾ ਘੰਟਾ ਪਹਿਲੇ ਉਹ ਕੁੜੀ ਨੂੰ ਗੋਲੀ ਵੱਜ ਗਈ ਸੀ। ਮੈਂ ਕਿਹਾ ਜਾਂ ਤੁਸੀਂ ਪੈਸੇ ਭਰਦੇ ਹੋਗੇ ਜਾਂ ਮੁਖਾਲਫਾਂ ਨੇ ਪੈਸੇ ਭਰ ਦਿੱਤੇ ਹੋਣਗੇ, ਰਿਪੋਰਟ ਗਲਤ ਬਣਾਤੀ ਹੋਏਗੀ। ਮੈਂ ਕਿਹਾ ਮਹੱਲੇਦਾਰ ਵੀ ਉਸੇ ਟਾਈਮ ਅੰਦਰ ਆਏ ਜਦੋਂ ਗੋਲੀ ਦੀ ਆਵਾਜ਼ ਸੁਣੀ, ਗੋਲੀਆਂ ਦੀ ਆਵਾਜ਼ਾਂ ਆਈਆਂ ਨੇ, ਉਹ ਫਟਾਫਟ ਬਾਹਰ ਨਿਕਲ ਗਏ ਨੇ ਗੋਲੀਆਂ ਚਲਾ ਕੇ। ਜੀ ਉਹਨਾਂ ਕੋਲ ਮੋਟਰਸਾਈਕਲ ਹੀ ਸੀ। ਮੈਂ ਕਿਹਾ ਸਾਨੂੰ ਤੇ ਆਪਣੇ ਬੱਚਿਆਂ ਨੂੰ ਚੁੱਕਣ ਦੀ ਪਈ ਸੀ ਤੇ ਅਸੀਂ ਉਹਨਾਂ ਦੇ ਮਗਰ ਜਾਂਦੇ ਹੁਣ। ਫਿਰ ਉਸ ਤੋਂ ਬਾਅਦ ਨਾਲਿਆਂ ਦਾ ਬੱਚਿਆਂ ਨੂੰ ਚੁੱਕਿਆ
ਬਾਟ ਸਾਹਿਬ ਨੇ ਗੱਡੀ ਬੈਕ ਕੀਤੀ ਏ, ਹੱਥ ਪੈਰ ਬਾਟ ਸਾਹਿਬ ਦੇ ਫੁੱਲ ਗਏ ਸਨ, ਹੋਸ਼ੋ ਖਵਾਸ਼ ਹੀ ਬੰਦ ਹੋ ਗਏ, ਬੁੱਤ ਹੋ ਗਏ ਸਨ। ਮੈਂ ਕਿਹਾ ਤੁਸੀਂ ਤੇ ਹੋਸ਼ ਕਰੋ ਨਾਲੇ ਦਾ, ਹਸਪੀਟਲ ਤੇ ਜਾਈਏ, ਅੱਲਾ ਖੈਰ ਕਰ ਦੇਗਾ, ਬਚ ਜਾਣਗੇ। ਹਸਪੀਟਲ ਗਏ ਆ, ਨਾਲ ਮਹੱਲੇਦਾਰ ਵੀ ਸਾਹਮਣੇ ਸਨ। ਮੈਂ ਕਿਹਾ ਜੀ ਮਹੱਲੇਦਾਰਾਂ ਨੂੰ ਪਤਾ ਕੀਤਾ ਹੈ ਜੀ? ਮਹੱਲੇਦਾਰ ਕਹਿੰਦੇ ਜੀ ਉਹਦਾ ਘੰਟਾ ਪਹਿਲੇ ਇੱਕ ਗੋਲੀ ਚੱਲੀ ਸੀ। ਮੈਂ ਕਿਹਾ ਆਓ ਮੇਰੇ ਨਾਲ, ਕੋਈ ਮਹੱਲੇਦਾਰ ਕਹਿ ਦੇਗਾ ਨਾ ਸਾਨੂੰ ਕਬੂਲ ਹੀ ਆਵੇ। ਤੇ ਪੁਲਿਸ ਇਸ ਤਰ੍ਹਾਂ ਦੀ ਗੱਲ ਕਿਉਂ ਕਰ ਰਹੀ? ਉੱਥੇ ਤੁਸੀਂ ਕੀ ਕਰਨ ਸੇ ਆਏ ਹੋ? ਮੈਂ ਕਿਹਾ ਸਾਡੀ ਰਿਸ਼ਤੇਦਾਰੀ ਹੈ, ਕੁੜਮਦਾਰੀ ਹੈ, ਭੈਣ ਭਰਾਵਾਂ ਦਾ ਸਿਲਸਿਲਾ। ਅਸੀਂ ਅੱਗੇ ਅਕਸਰ ਰਾਤ ਨੂੰ 2-2 3-3 ਵਜੇ ਘਰਾਂ 'ਚ ਹੱਸਦੇ ਖੇਡਦੇ ਨੇ, ਸਵੇਰ ਹੀ ਜਾ ਕੇ 4 4:30 5 ਵਜੇ ਜਾ ਕੇ ਸੌਂਦੇ ਆ। ਸਾਡੇ 'ਚ ਨਹੀਂ ਯਾਰ ਸਵੇਰ ਨਾ ਆਣੇ ਦਾ ਰਾਤੋਂ ਰਾਤ ਹੀ 6-7 ਵਜੇ ਸੌ ਜਾਣਾ। ਮੈਂ ਕਿਹਾ ਪਿੰਡਾਂ 'ਚ ਹੀ ਹੈ 6-7 ਵਜੇ ਸੌਣਾ, ਸ਼ਹਿਰਦਾਰੇ ਅਕਸਰ ਰਾਤ 2-2 3-3 4-4 ਵਜੇ ਬੰਦਾ ਜਾ ਕੇ ਸੌਂਦਾ ਹੈ। ਨਹੀਂ ਉਹ ਕੋਈ ਤੁਸੀਂ ਇੰਜ ਮੈਂ ਕਿਹਾ ਇੰਜ ਉਂਝ ਕੋਈ ਨਹੀਂ ਆ, ਜਿਹੜੇ ਪੁਆਇੰਟ ਹੈ ਨਾ ਉਹ ਮੈਂ ਤੁਹਾਨੂੰ ਮੇਨ ਦੱਸ ਦਿੱਤੇ ਨੇ ਬਸ, ਹੋਰ ਇਸ ਤੋਂ ਅੱਗੇ ਗੱਲ ਕੋਈ ਨਹੀਂ। ਤੇ ਮੁਸ਼ਤਾਕ ਸਾਹਿਬ ਕੀ ਵਜ੍ਹਾ ਹੈ ਕਿ ਪੁਲਿਸ ਕਿਉਂ ਅਜੇ ਤੱਕ ਮੁਲਜ਼ਮ ਨਹੀਂ ਫੜ ਪਾ ਰਹੀ, ਮੁਲਜ਼ਮਾਂ ਤੱਕ ਪਹੁੰਚ? ਉਹਨਾਂ ਦੇ ਕੋਈ ਰਿਸ਼ਤੇਦਾਰ ਹੈ ਨੇ ਪੁਲਿਸ 'ਚ, ਇੱਕ ਉਹਦਾ ਭਰਾ ਟ੍ਰੇਨਿੰਗ ਤੇ ਗਿਆ ਹੈ ਵੇ, ਇੱਕ ਮੁਲਜ਼ਮ ਜਿਹੜਾ ਫੜਿਆ ਹੈ ਵੇ ਉਹਦਾ ਭਰਾ ਉਹ ਟ੍ਰੇਨਿੰਗ ਤੇ ਗਿਆ ਹੈ, ਹੋਰ ਵੀ ਉਹਨਾਂ ਦਾ ਇੱਕ ਦਾ ਭਰਾ ਪੁਲਿਸ 'ਚ ਹੀ ਆਵੇ। ਤੁਹਾਨੂੰ ਪਤਾ ਪੁਲਿਸ ਉਹਨਾਂ ਦੀ ਪੱਖ ਤੇ ਮਾਰਦੇ ਹੀ ਨੇ। ਸਾਡੀ 2 ਜਵਾਨ ਲਾਸ਼ਾਂ ਗਈਆਂ, ਸਾਡਾ ਤਾਂ ਹਾਲੇ ਕਿਸੇ ਨੇ ਕੋਈ ਸੋਚਿਆ ਨਹੀਂ, ਨਾ ਵਜ਼ੀਰ ਆਲਾ ਨੂੰ ਖਬਰ ਆਈ ਹੈ ਠੰਡੀ, ਨਾ IG ਵੱਲੋਂ ਠੰਡੀ ਹਵਾ ਆਈ ਹੈ, ਨਾ ਕਿਸੇ ਪਾਸੇ ਠੰਡੀ ਹਵਾ ਆਈ, ਕਿਸੇ ਨੇ ਸਾਨੂੰ ਹੌਸਲਾ ਦਿੱਤਾ ਹੋਵੇ ਇਨਸ਼ਾਅੱਲਾ ਤਾਲਾ ਅਸੀਂ ਇੰਝ ਕਰਾਂਗੇ। ਸਾਨੂੰ ਹਾਲੇ ਤੱਕ ਕਿਸੇ ਨੇ ਕੁਛ ਨਹੀਂ ਕਿਹਾ ਆ ਕੇ। ਇਹ ਘਰ ਵੇਖ ਲਓ ਵਰਾਨਾ ਪੈ ਗਿਆ ਇਸ ਘਰ ਦੇ ਵਿੱਚ, ਘਰ ਉਹ ਰਹਿ ਹੀ ਨਹੀਂ ਗਿਆ। ਘਰ ਜਿਸ ਕੋਲੋਂ 2 ਜਵਾਨ ਅੱਗੇ ਪਿੱਛੇ ਲਾਸ਼ਾਂ ਗਈਆਂ ਹੋਣ, ਉੱਥੇ ਕੀ ਆਲਮ ਹੋਏਗਾ ਮੈਨੂੰ ਦੱਸੋ ਜ਼ਰਾ। ਜ਼ਾਹਿਰ ਹੈ ਪੁੱਠੇ ਸਿੱਧੇ ਸਵਾਲ ਕਰਨੇ ਜੀ ਉਹਨਾਂ ਨੇ, ਉਹ ਨਹੀਂ ਹੈ ਸਾਨੂੰ ਫਲਾਨ ਨਹੀਂ ਹੈ ਢੀਂਗ ਨੇ, ਉਹ ਅਸੀਂ ਕਿਉਂ ਕਹੀਏ ਹੋਰ ਕੋਈ ਹੈ ਜਿਹੜੇ ਸਾਨੂੰ ਉਹਨਾਂ ਦੇ ਕਹਿਣਾ ਨਹੀਂ ਸੀ, ਐਵੇਂ ਹੋਰ ਕਿਸੇ ਬੇਗੁਨਾਹ ਦਾ ਸੀ ਨਾਲ ਲਾ ਦਈਏ। ਅੱਗੇ ਵੀ ਇਹਨਾਂ ਨੇ ਧੋਖੇ 'ਚ ਮੁੰਡਾ ਮਾਰਿਆ ਸੀ, ਉਹਦਾ ਚੰਦ ਦਿਨਾਂ ਬਾਅਦ ਸ਼ਾਦੀ ਉਹਦੀ ਕਰਨੀ ਸੀ। ਇਹਨਾਂ ਦੇ ਰਿਸ਼ਤੇਦਾਰ ਰਾਜ ਦੀਆਂ ਕੁੜੀਆਂ ਨੂੰ ਮਜ਼ਾਕ ਕਰਦੇ ਸਨ, ਉਹਨਾਂ ਤੋਂ ਚਿਰ ਕੇ ਲੜਾਈ ਹੋਈ ਸੀ। ਉਹ ਸਾਡੇ ਮੁੰਡੇ ਨੇ ਨਾਨਿਆਂ ਦਾ ਕਿਹਾ ਯਾਰ ਨਾ ਇਹ ਕੰਮ ਕਰਿਆ ਕਰੋ, ਧੀਆਂ ਭੈਣਾਂ ਸਾਰੀਆਂ ਸਾਂਝੀਆਂ ਗਲੀਆਂ ਕਿ ਧੀਆਂ ਭੈਣਾਂ ਨੇ। ਉਹ ਜ਼ਰਾ ਆਕਰ 'ਚ ਉਹਨਾਂ ਨੂੰ ਪਤਾ ਸਾਡਾ ਇੰਜ ਖਾਨਦਾਨ ਹੀ ਹੈ, ਇੱਕ ਸਾਡੇ ਪੁਲਿਸ 'ਚ ਨੇ ਬੰਦੇ, ਕੋਈ ਗੱਲ ਨਹੀਂ ਐਸੀ ਵੈਸੀ। ਚੰਗਾ ਭਲਾ ਘਰੋਂ ਦਹੀਂ ਲੈਣ ਗਿਆ, ਪਿੱਛੋਂ ਰੱਖ ਕੇ ਉਹਨਾਂ ਨੇ ਗੋਲੀ ਮਾਰੀ ਹੈ। 21 ਜਾਂ 22 ਸਾਲ ਦੀ ਉਮਰ ਹੋਏਗੀ ਕਾਸ਼ੀ ਭੱਟ। ਉਹ ਨਾਲੇ ਦਾ ਗਲੀਆਂ ਰੋਈਆਂ ਨੇ। ਮੈਂ ਤੁਹਾਨੂੰ ਕੀ ਦੱਸਾਂ, ਜੋ ਇਹਨਾਂ ਨੇ ਜ਼ੁਲਮ ਕਰ ਦਿੱਤਾ ਵੇ, ਹੀਲ ਕਰਤੀਆਂ ਨੇ। ਇਹ ਹੁਣ ਵੀ ਸਾਰੀਆਂ ਰਿਕਾਰਡਿੰਗਾਂ ਸਭ ਕੁਝ ਕੋਲ ਹੀ ਆਵੇ, ਪੈਸੇ ਲੈਂਦੇ ਰਹੇ ਨੇ ਥੋੜ੍ਹੇ ਕਰਕੇ, ਰਸ਼ੀਦ ਡਾਰ ਕੀ ਉਹਦੀ ਮੁਲਜ਼ਮਾਂ ਜਿਹੜੀ ਫੜੀ ਹੈ ਇਹ ਪੈਸੇ ਲੈਂਦੀ ਰਹੀ ਹੈ, ਇਹ ਹੀ ਧੋਖੇ ਦੇ ਨਾਲ ਗੱਲਾਂ ਬਾਤਾਂ ਜਿਹੜੇ ਆ ਲਿਆ ਅਖਬਾਰ ਸਾਹਿਬ ਨੂੰ, ਇਹ ਪਾਰਕ ਦੇ ਪਿੱਛੇ ਹਰ ਚੀਜ਼ ਗੱਲਬਾਤ ਕਰਦੀ ਰਹੀ ਹੈ। ਕੀ ਤੁਹਾਨੂੰ ਦੱਸੀਏ ਕੀ ਨਾ ਦੱਸੀਏ, ਮਗਰ ਰੱਬ ਦਾ ਨਾਜ ਹੈ। ਇੱਕ ਵਾਰੀ ਅਸੀਂ ਹੱਥ ਜੋੜ ਕੇ ਕਹਿੰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹ ਤੁਸੀਂ ਦਵਾਉਣਾ, ਵਜ਼ੀਰ ਆਲਾ ਨੇ ਦਵਾਉਣਾ, ਵਜ਼ੀਰ ਆਜ਼ਮ ਨੇ ਦਵਾਉਣਾ, IG ਪੰਜਾਬ ਨੇ ਦਵਾਉਣਾ। ਮਗਰ ਹੁਣ ਤੱਕ 2 ਧਮਕੀਆਂ ਵੀ ਲੱਗ ਚੁੱਕੀਆਂ ਨੇ ਸਾਨੂੰ। ਅੱਛਾ, ਉਹ ਕਿਹਨੇ ਲਾਈਆਂ ਨੇ? ਇਹ ਵੀ ਤੁਹਾਨੂੰ ਪਤਾ ਚੱਲ ਜਾਏਗਾ, ਇਹਨਾਂ ਦੇ ਰਿਸ਼ਤੇਦਾਰਾਂ ਦਾ ਹੀ ਫੋਨ ਆਇਆ ਜੀ। ਤੇ ਅਸੀਂ ਵੀ ਚੂੜੀਆਂ ਵੀ ਪਾਈਆਂ ਆ, ਅੱਲਾ ਦੀ ਰਹਿਮਤ ਅਸੀਂ ਵੀ ਸਭ ਕੁਝ ਕਰਨਾ ਜਾਣਦੇ ਆ, ਮਗਰ ਨਹੀਂ ਅਸੀਂ ਪਹਿਲੇ ਕਾਨੂੰਨ ਦਾ ਬੂਹਾ ਖੜਕਾਇਆ। ਕਾਨੂੰਨ ਕੀ ਸਾਡੇ ਨਾਲ ਕਰਦਾ ਹੈ? ਜੇ ਕੁਛ ਕਾਨੂੰਨ ਸਾਡੇ ਨਾਲ ਕੁਛ ਨਹੀਂ ਕਰੇਗਾ ਫਿਰ ਕਾਨੂੰਨ ਨੂੰ ਪਤਾ ਚੱਲੇਗਾ ਇਹਨਾਂ ਨੇ ਕੀ ਕੀਤਾ ਵੇ। ਤੇ ਚੂੜੀਆਂ ਅਸੀਂ ਨਹੀਂ ਪਾਈਆਂ ਆ, ਅਸੀਂ ਵੀ ਭਾਈ ਆਦਮੀ ਆ, ਸਾਡੀ ਵੀ ਫੈਮਿਲੀ ਹੈ ਮਾਸ਼ਾਅੱਲਾ। ਅਸੀਂ ਮਗਰ ਫੈਮਿਲੀ ਨੂੰ ਹਲੇ ਰੋਕਿਆ, ਬਚਾਇਆ ਹੈ ਵੇ। ਪਹਿਲੇ ਕਾਨੂੰਨ ਵੇਖ ਲਈ ਕਾਨੂੰਨ ਕੀ ਕਰਦਾ, ਇਹ ਤੁਹਾਡੀ ਮਿਹਰਬਾਨੀ। ਠੀਕ ਹੋ ਗਿਆ ਜੀ। ਬਾਜੀ ਤੁਸੀਂ ਦੱਸੋ ਕਿ ਤੁਸੀਂ ਵੀ ਮੌਕੇ ਤੇ ਮੌਜੂਦ ਸੋ ਜਦੋਂ ਜਵਾਨ 2 ਲਾਸ਼ਾਂ ਇੱਥੇ? ਜੀ ਭਾਈ ਅਸੀਂ ਆਏ ਸੀ ਖਬਰ ਲੈਣ ਸੇ ਬੱਚੀ ਦੀ। ਜੀ, ਬੱਚੀ ਦੀ ਖਬਰ ਲੈਣ ਆਏ ਆ, ਤਕਰੀਬਨ ਰਾਤ ਦੇ ਟਾਈਮ ਹੈ 10 ਵਜੇ ਦੇ ਟਾਈਮ। ਅੰਦਰ ਬੈਠੇ ਆ ਸਮਝਾ ਕਰਦੇ ਰਹੇ ਆ, ਟਾਈਮ ਕਾਫੀ ਹੋ ਗਿਆ ਸੀ। ਇਹ ਵੀ ਨਾਲ ਹੀ ਅੰਦਰ ਬੈਠੇ ਸੀ ਭਾਈ ਮੇਰਾ ਵੀ। ਇਹ ਬੂਹਾ ਖੜਕਣ ਦੀ ਆਵਾਜ਼ ਆਈ ਹੈ, ਬਾਹਰ ਨਿਕਲੇ ਨੇ, ਇਹਨਾਂ ਨੇ ਬੂਹਾ ਖੋਲਿਆ। ਨਮਾਨ ਉਧਰ ਬਾਹਰ ਨਿਕਲ ਕੇ ਨਾ ਖਾਣਾ ਖਾਣ ਲੱਗ ਗਏ। ਇਹਨਾਂ ਨੇ ਬੂਹਾ ਖੋਲੇ, ਇੱਕਦਮ 3 ਬੰਦੇ ਆਏ ਨੇ ਤੇ ਗੋਲੀ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਇਹ ਬਾਹਰ ਸਾਹਮਣੇ ਨਾ ਉੱਠ ਕੇ ਐਂ ਕਰਕੇ ਵੇਖਿਆ ਕਿ ਕੋਲ ਨੇ। ਮੇਰਾ ਇੱਕਦਮ ਫੜ ਕੇ ਇੰਜ ਕਰਤੇ ਨੇ ਕਿ ਛੱਡ ਤੇ ਸਹੀ ਮੈਨੂੰ। ਮੈਂ ਨਾ ਇੱਕਦਮ ਬੈਠ ਗਈ ਹਾਂ।
ਖੂਫ ਦੇ ਨਾਲ ਮੈਂ ਬਹਿ ਗਈ ਹਾਂ। ਉਹਨੇ ਆ ਕੇ ਦੇਖਿਆ ਕਿ ਨਵੀਨ ਭਾਈ ਉੱਥੇ ਡਿੱਗੇ, ਇੱਕਦਮ ਡਿੱਗ ਪਏ ਰੈਸ਼ ਦੇ ਨਾਲ। ਇੱਕਦਮ ਇਹਨੇ ਚੁੱਕਿਆ ਨੁਮਾਨ ਨੂੰ, ਗੋਲੀਆਂ ਲੱਗੀਆਂ ਹੋਈਆਂ ਸਨ। ਬੱਚੀ ਇੱਕਦਮ ਬਾਹਰ ਨਿਕਲੀ ਹੈ। ਇਹਨਾਂ ਨੇ ਪਿਓ ਵੱਲ ਕੀਤੀ ਹੈ ਕਿ ਗੋਲੀ, ਬੱਚੀ ਇੱਕਦਮ ਬਾਹਰ ਨਿਕਲੀ, ਇੰਝ ਹੋਈ ਬੱਚੇ ਕਿ ਕਰਕੇ ਐਸਾ ਹੋਈ ਹੈ, ਬੱਚੀ ਦੇ ਇੱਥੇ ਗੋਲੀ ਲੱਗ ਗਈ ਬਹਿ ਕੇ। ਉਹ ਤੇ ਸਮਝੋ ਮਾਰੀ ਗਈ ਵਿਚਾਰੀ। ਅਸੀਂ ਤੇ ਬੱਚਿਆਂ ਨੂੰ ਚੁੱਕਦੇ ਹੀ ਨਾ, ਸਮਝੋ ਅਸੀਂ ਆਪ ਹੀ ਮਰ ਗਏ ਸਾਡੇ। ਜ਼ਾਹਿਰ ਹੈ ਇੰਨਾ ਵੱਡਾ ਹਾਦਸਾ ਹੋਇਆ, ਇਸ ਤਰ੍ਹਾਂ होना नहीं सी चाहिए। ये थे जी वो इस वकूए के, इस वाक़े के चश्मदीद गवाह, जिन्होंने इस अफसोसनाक वाक़े को अपनी आँखों से देखा, पुलिस को भी जो हक़ाइक़ थे वो बताए, पुलिस के सामने भी बयान कलम बंद करवाए, लेकिन पुलिस से और अभी तक इंसाफ के मुंतज़र हैं कि इनको इंसाफ फराहम हो। सैयद फ़याज़ुल हसन हैं जी, इंचार्ज इन्वेस्टिगेशन वादत कॉलोनी। इनसे जानते हैं जो दो बहन भाई कत्ल होते हैं, कत्ल की वारदात कैसे होती है और अब तक की जो इन्वेस्टिगेशन है वो क्या कहती है। फ़याज़ साहब बहुत शुक्रिया। फ़याज़ साहब, आपके इलाके में डबल मर्डर हो जाता है, एक बहन और एक भाई को घर में ही कत्ल कर दिया जाता है, वाक़या है क्या, वकूआ कैसे होता है? अच्छा, इसमें जी नवीद भट्ट मुद्दई मुकदमा है, उससे बताया है कि रात के 1 का टाइम था, तो ये घर में मौजूद था अपनी फैमिली के साथ। ये पीछे घुमटी बाज़ार अंदरून बाटी लोहारी गेट से बिलोंग करते हैं। वहाँ ही ये दोनों एक दूसरे के हमसाए थे और इनकी साबका दुश्मनी भी है और ये मंशियात फ़रोश हैं उस एरिया के बदनाम ज़माना। ये दोनों इल्ज़ाम अलह भी और मुद्दई मुकदमा भी। ठीक है। और इनकी साबका रंजिश चल रही थी, ऑलरेडी इनकी FIRs भी हैं आपस में। तो ये कहता है जी रात के 1 का टाइम था, मैं अपने घर में इधर वादत कॉलोनी मरगज़ार के एरिए में मौजूद था। तो यहाँ वो आए हैं 3 लोग, जो जिनमें माजिद भट्ट है, आफ्ताब उर्फ इफ़ी है और साद डार है। ठीक है। ये तीनों आए हैं। आफ्ताब जो है वो साबका मुद्दई भी है, उसके भाई को कत्ल किया था मुतवफ़ी ने, जो नुमान भट्ट कत्ल हुआ है उसने। ठीक है। उनकी FIR में आपस में कुछ सुलह सफाई चल रही थी। मुद्दई का बयान भी यही है कि वो सुलह सफाई के चक्कर में आए हैं, उन्होंने हमें यही सुलह सफाई का झांसा दिया है और इधर आके तो उन्होंने घर में घुसे हैं और घुसते ही सीधी फायरिंग शुरू कर दिया है। जो मेरे बेटे नुमान को आफ्ताब और इफ़ी के फायर लगे हैं, उसके बाद फिर इसने जो दूसरा साद डार है इससे भी सीधी फायरिंग की है और तीसरा मुलज़म जो माजिद है उससे भी फायर किए हैं, जो कि कहता है कि मेरी तरफ फायर किया है माजिद ने और वो मेरी बेटी को लग गया है, उसके कूल्हे पे लगा है, जिससे ये मौके पे ज़ख्मी हुए हैं। इनको लेके ये सर्विसेज हॉस्पिटल चले गए हैं। वहाँ जाके तो ये दोनों जो है ये वहाँ एक्सपायर हो गए हैं। तो उसके बाद हम ये इसकी फ़र्दर जो है इन्वेस्टिगेशन कर रहे हैं। इसके अलावा इसने 109 में 2 लोगों को रखा है, एक आफ्ताब की वालदा को और एक साद डार जो है उसका वालिद सईद डार है, उसको भी इसने 109 में रखा है कि इनकी एमा पर इन्होंने ये सारी हरकत की है। ठीक है। अच्छा फ़याज़ साहब, ये बताएं कि जिस तरह से आपने वकूआ बताया कि जो FIR का मतन है वाक़या इस तरह से हुआ है, आपने बताया कि ये दोनों रिकॉर्ड याफ्ता भी हैं और इनकी पुरानी दुश्मनी भी चल रही है, तो यकीनन ये दुश्मनियों पे बहुत ज़्यादा नुकसान हो जाते हैं, दोनों घरों के नुकसान होते हैं जिनमें आपस में ज़ाती रंजिश या दुश्मनी चल रही हो। तो अब तक जो चीज़ें सामने आ सकी हैं, जो इल्ज़ाम है वो कितना जो है वो क्लियर हो चुका है, कुछ इसमें हकीकत कुछ अभी नज़र आई है आपको, या अभी इन्वेस्टिगेशन का प्रोसेस चल रहा है? अभी हम इन्वेस्टिगेट कर रहे हैं। हमने इसमें जियो फेंसिंग भी करवाई है, CDRs भी ली हैं, लोकल कैमरास भी चेक किए हैं, सेफ सिटी के कैमरास भी चेक कर रहे हैं। इसमें काफ़ी चीज़ें जो हैं हम करीब पहुंच गए हैं। मुलज़मान को हमने तकरीबन ट्रेस कर लिया है, वो भी लूप में हैं, वो भी हम इंशाल्लाह जल्दी उनको पकड़ लेंगे। ये अभी जो है कबल अज़ वक्त है ये कहना कि आया ये वकूआ इसी तरह से है या इसमें कोई और बात भी है। ठीक है। ये अभी हम नहीं आपको बता सकते। ठीक है। इसमें फर्दर अभी हम कर रहे हैं, काफ़ी चीज़ें हैं जो अभी इसमें होने वाली हैं। बिल्कुल ठीक है। यकीनन इसमें अभी इन्वेस्टिगेशन में बहुत सारी चीज़ें होंगी। अच्छा फ़याज़ साहब, ये बताएं कि जो खातून है, जो लड़की जिसको मकतूला है, इसके साथ तो किसी किस्म की दुश्मनी नहीं होगी, तो इसका आपको बज़ाहिर क्या लगता है कि कत्ल की कोई वजह है या हादसाती तौर पे हुआ?
ये हालात से और जो मुद्दई का मौक़िफ़ है उससे तो यही लग रहा है कि सडनली वो बच्ची फायरिंग की रेंज में आ गई है और उसको ये फायर लगा है। ठीक है। और ये बच्ची दोनों फायर की वजह नहीं। अच्छा, ये दोनों बहन भाई सगे हैं? सगे बहन भाई। सगे बहन भाई। और नवीद भट्ट जो है वो इनका वालिद है, और वो चश्मदीद गवाह भी यकीनन वो होगा, एफआईआर का गवाह भी भी वही है। तो इसमें यकीनन कैमराज और सीसीटीवी कैमराज हों या सेफ सिटी कैमराज हों, उसकी फुटेज भी लाई जाएगी। अब ये बताइएगा कि जियो फेंसिंग जो है वो आपके लिए कितनी मददगार इसमें साबित होगी? इसमें काफ़ी हेल्पफुल होगी जियो फेंसिंग, क्योंकि इसमें जो मुल्ज़मान हैं वो नामज़द तो हैं, ठीक है, लेकिन इसमें काफ़ी चीज़ें जो हैं वो अभी ऐसी हैं कि वो फर्दर इन्वेस्टिगेशन के लिए ज़रूरी हैं। तो उसमें जियो फेंसिंग काफ़ी हेल्पफुल होगी हमारे लिए कि कोई और बंदा इसमें हो सकता है, कोई और चीज़ हो सकती है। बिल्कुल ठीक है। अच्छा फयाज साहब, ये बताएं कि जियो फेंसिंग एक टेक्निकली बहुत बड़ा एविडेंस होता है पुलिस को मुल्ज़मान तक करीब पहुंचने में, जिस तरह से सेफ सिटी कैमराज होते हैं उसी तरह से ये मदद करता है। आप ये बताइएगा कि जब दुश्मनी की बुनियाद पे ऐसे केसेस सामने आते हैं और नामजद मुकदमात दर्ज किए जाते हैं तो पुलिस जो है वो कितना मोहतात होती है, क्योंकि ज़ाती रंजिश तो है ही उनकी, आपस में पुरानी दावत तो चल रही है, तो पुलिस को बड़ा केयरफुल होके, बड़ा मोहतात होके कि किसी पे नाजायज़ 302 की एफआईआर जो है उसमें गिरफ्तारी ना डल जाए या कुछ ऐसा ना हो जाए, तो कितना मोहतात होना पड़ता है पुलिस? नहीं, मोहतात तो 302 का कोई भी केस हो, नामजद हो या नामालूम हो, पुलिस उसमें बिल्कुल होती है, होना भी चाहिए, क्योंकि इसमें एक तो ऑलरेडी एक बंदे का नुकसान हुआ होता है और दूसरा इसमें फर्दर ये चीज़ें देखने वाली होती हैं कि इसमें कोई नाजायज़ बंदा जो है वो किसी तरह से भी चालान ना हो जाए। लेकिन हमारा जो मेन फोकस होता है वो ये होता है कि असल कातिल तक हम पहुँचें। बकाया तो सारी चीज़ें सेकेंडरी हैं कि नामज़द है कोई नहीं है या एफआईआर नामालूम है, ये तो बिल्कुल हमारे लिए इतनी इम्पोर्टेंस नहीं रखती। ज़्यादा जो हमारा फोकस यही होता है जो असल हक़ाइक़ है 302 में वो हम सामने लाएं, क्योंकि पीपीसी की ये सबसे जो मेजर सेक्शन है और मेजर इसमें पनिशमेंट है, तो इसमें हम किसी भी नाजायज़ बंदे को बिल्कुल चालान नहीं करते, उसकी अरेस्ट नहीं डालते, बिल्कुल इस तरह से हम नहीं करते। इंटेरोगेट सबको करते हैं, वो इंशाल्लाह हम इसमें काफ़ी हद तक करीब पहुंच चुके हैं, ये इंशाल्लाह डिस्क्लोज़ हो जाएगा। ठीक है। ये थे जी इंचार्ज वादत कॉलोनी फयाजुल हसन साहब, जिन्होंने मौक़िफ़ अख्तियार ये किया, और पुलिस का मौक़िफ़ यकीनन होना भी यही चाहिए कि अभी अंडर प्रोसेस है, इन्वेस्टिगेशन जारी है और तफ्तीश के मामला जो है वो किए जा रहे हैं। मुद्दई की जानिब से यकीनन एफआईआर जो है वो नामज़द करवाई गई है और पुलिस तमाम शवाहिद और तमाम चीज़ों का एविडेंस कलेक्ट करने के बाद किसी भी मुल्ज़िम को हाथ डालती है। और इस केस में भी ऐसे ही है, जैसा कि इंचार्ज इन्वेस्टिगेशन बता रहे थे कि इनकी दरीना रंजिश भी है, दुश्मनी भी चल रही है, दोनों एक दूसरे पे इससे पहले भी मुकदमे दर्ज करवाते रहे हैं, तो कोई ना कोई मामला ऐसा ज़रूर होगा जिसमें एक लड़की जो मकतूल था उसकी बहन सगी थी वो कत्ल हुई, उसकी कोई ऐसी ख़ास वजह जो है अभी तक पुलिस की इन्वेस्टिगेशन में सामने नहीं आई, जो मज़ीद आगे चल के यकीनन उसके बारे में भी तफसीली चीज़ें सामने आ जाएंगी। एक हादसा जो है उसको करार दिया जा रहा है कि जो खातून जो लड़की कत्ल हुई है वो हादसाती तौर पे शायद मौके पर मौजूद थी और उसको भी फायर लगे और जिससे दोनों बहन भाई दुनिया से रुखसत हो गए। ये थी आज के जुर्म अंजाम की दास्तान, जो दरीना दुश्मनी की बुनियाद है। इस केस में मकतूल के लवाहिकीन का क्या कहना है, मुकदमे के मुद्दई का क्या कहना है, और पुलिस का कहना है कि इस केस में कई शक व शुबात पैदा होते हैं। दो नौजवान लोगों को कत्ल करने वाला कौन है, पुलिस अभी इसका हतमी फैसला नहीं कर सकी है। नए प्रोग्राम तक के लिए मुझे दीजिए इजाज़त। अल्लाह निगहबान।